ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਖੋ ਸਰਨਾਈ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਹਰਿ ਕੀਆ ਕਥਾ ਕਹਾਣੀਆ, ਗੁਰਮੀਤ ਸੁਣਾਈਆ। ਬਲਿਹਾਰੀ ਗੁਰ ਆਪਣੀ, ਗੁਰ ਕੋ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ, ਤੂ ਮੇਰੇ ਗੁਰੂ ਕੇ ਪਿਆਰੇ। ਹਰਿ ਕੀਆ ਕਥਾ ਕਹਾਣੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, दसा ही पातशाहियों के आत्मिक स्वरूप सतगुरु
ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਿਕ ਸਤਿਗੁਰੂ, ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਤਟਸਥੀ ਲੱਖਣ ਮਹਾਰਾਜ ਸੱਚੇ ਪਾਤਸ਼ਾਹ ਦਰਸਾਉਂਦੇ ਹੋਏ ਤਿਲੰਗ ਰਾਗ ਦੇ ਅੰਦਰ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਦਾ ਇੱਕ ਸ਼ਬਦ ਹੈ ਤਿਲੰਗ ਰਾਗ ਦੇ ਅੰਦਰ, ਔਰ ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸ਼ਟਪਦੀਆਂ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 705 ਅੰਗ ਤੇ ਸੁਸ਼ੋਭਿਤ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਪਾਵਨ ਸ਼ਬਦ ਉਚਾਰ ਕੇ ਉਪਦੇਸ਼ ਦਿੰਦੇ ਆ। ਹੇ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਕਥਾ ਪਰਥਾਏ ਆਪ ਕਿਰਪਾ ਕਰਕੇ ਉਪਦੇਸ਼ ਦੇਵੋ। ਮਹਾਰਾਜ ਕਿਵੇਂ ਉਸ ਪਰਮਾਤਮਾ ਦੀ ਕਥਾ ਨੂੰ ਸਰਵਣ ਕੀਤਾ ਜਾ ਸਕਦਾ ਹੈ, ਕਿਵੇਂ ਪਰਮੇਸ਼ਰ ਦੀ ਅਕਥ ਕਥਾ ਨੂੰ ਸੁਣਿਆ ਜਾ ਸਕਦਾ ਹੈ। ਤੋ ਸਤਿਗੁਰੂ ਜੀ ਬੇਨਤੀ ਕਰਨ ਤੇ ਸਿੱਖਾਂ ਦੇ ਮਹਾਰਾਜ ਸਾਹਿਬ ਜੀ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਨੇ। ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਹਰ ਕੀਆ ਕਥਾ ਕਹਾਣੀਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਐ ਗੁਰਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀਆਂ ਜੋ ਕਥਾ ਕਹਾਣੀਆਂ ਹਨ, ਜੋ ਪਰਮੇਸ਼ਰ ਦੀ ਅਕਥ ਕਥਾ ਹੈ, ਔਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਜੋ ਗੁਣਾਂ ਦੀਆਂ ਕਹਾਣੀਆਂ ਹਨ, ਗੁਰਮੀਤ ਸੁਣਾਈਆ। ਜੋ ਸਤਿਗੁਰੂ ਜੀ ਜੀਵ ਦੇ ਸੱਚੇ ਮਿੱਤਰ ਹਨ, ਤਿਨਾਂ ਦੁਆਰਾ ਮਹਾਰਾਜ ਕਹਿੰਦੇ ਸੁਣਾਈਆਂ ਜਾਂਦੀਆਂ ਨੇ। ਜੇ ਕਿਸੇ ਜੀਵ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਰਮਾਤਮਾ ਦੀ ਕਥਾ ਨੂੰ ਸਰਵਣ ਕਰਨਾ ਹੋਵੇ, ਗੁਰੂ ਰੂਪ ਮਿੱਤਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਵਣ ਕਰਨਾ ਕਰੇ। ਕਿਉਂਕਿ ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਦੀ ਕਥਾ ਹੀ ਕਥਨ ਕਰਦੇ ਆ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਕੀ ਬਾਣੀ ਪੜ੍ਹ ਕੇ ਵਿਚਾਰ ਕੇ ਦੇਖੀਏ, ਕੇਵਲ ਪਰਮਾਤਮਾ ਦੀ ਕਥਾ, ਪਰਮੇਸ਼ਰ ਦੇ ਗੁਣ, ਪਰਮਾਤਮਾ ਦਾ ਜਸ, ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਫਿਰ ਐਸੀ ਪਰਮਾਤਮਾ ਦੀ ਅਕਥ ਕਥਾ ਹੈ
ਜਿਸ ਨੂੰ ਕੋਈ ਜੀਵ ਆਪਣੇ ਬਲ ਦੇ ਨਾਲ ਸਮਗਰ ਰੂਪ ਦੇ ਵਿੱਚ ਕਥਨ ਨਹੀਂ ਕਰ ਸਕਦਾ। ਕੋਈ ਚਾਹ ਕਰਕੇ ਵੀ ਪ੍ਰਮਾਤਮਾ ਦੀ ਕਥਾ ਦਾ ਅੰਤ ਨਹੀਂ ਕਦੇ ਪਾ ਸਕਦਾ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਦੀਆਂ ਨਿਰਗੁਣ ਸਰੂਪ ਦੀਆਂ ਕਥਾ ਔਰ ਸਰਗੁਣ ਸਰੂਪ ਦੀਆਂ ਜੋ ਕਹਾਣੀਆਂ ਹਨ, ਗੁਰਮੀਤ ਸੁਣਾਈਆ। ਗੁਰੂ ਰੂਪ ਮਿੱਤਰ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਰਵਣ ਕਰਾਉਣਾ ਕੀਤੀਆਂ ਨੇ। ਕੋਈ ਵੀ ਮਾਈ ਭਾਈ ਸਿੱਖ ਸੇਵਕ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਜੀ ਉਸ ਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਲਈ, ਭਜਨ ਬੰਦਗੀ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਜਾਤ ਦਾ ਕੋਈ ਵੀ ਪ੍ਰਾਣਾ ਧਾਰੀ ਜੀਵ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਦਾ ਹੈ। ਮਹਾਰਾਜ ਸਾਹਿਬ ਜੀ ਨੇ ਸਭ ਜੀਵਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਣ ਦੇ ਲਈ ਪ੍ਰੇਰਿਤ ਕਰਦੇ ਆ। ਇਹ ਪੂਰੇ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਤੋ ਮਹਾਰਾਜ ਕਹਿੰਦੇ ਹਨ ਗੁਰਮੀਤ ਸੁਣਾਈਆ, ਕਿ ਪੂਰੇ ਸਤਿਗੁਰੂ ਜੀ ਨੇ ਇਹ ਗੁਰਸਿੱਖੋ ਸਰਵਣ ਕਰਾਉਣਾ ਕੀਤੀਆਂ ਨੇ। ਅਕਾਲ ਪੁਰਖ ਪ੍ਰਮਾਤਮਾ ਦੀਆਂ ਜੋ ਕਥਾ ਕਹਾਣੀਆਂ ਹਨ, ਬਲਿਹਾਰੀ ਗੁਰ ਆਪਣੇ, ਇਸ ਲਈ ਆਪਣੇ ਸਤਿਗੁਰੂ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ। ਕਿਵੇਂ ਮਹਾਰਾਜ ਸਾਹਿਬ ਜੀ ਤੋਂ ਕੁਰਬਾਨ ਜਾਈਦਾ? ਬਲਹਾਰ ਆਪਣੇ ਮਨ ਦਾ, ਬਾਣੀ ਦਾ, ਸਰੀਰ ਦਾ, ਗੁਣਾਂ ਦਾ, ਗਿਆਨ ਦਾ ਸਾਰਾ ਬਲ ਹਾਰ ਕਰਕੇ ਨਿਮਰਤਾਵਾਨ ਹੋ ਕੇ ਮਹਾਰਾਜ ਸਾਹਿਬ ਜੀ ਤੋਂ ਕੁਰਬਾਨ ਜਾਣਾ ਚਾਹੀਦਾ। ਇਹ ਨਹੀਂ ਹੈ ਕਿ ਹੰਕਾਰ ਦੇ ਵਿੱਚ ਕਹੇ ਕਿ ਮਹਾਰਾਜ ਮੈਂ ਆਪ ਜੀ ਦੀਆਂ ਪ੍ਰਦਖਣਾ ਕਰਦਾ, ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਉਂਦਾ। ਹੰਕਾਰ ਤੋਂ ਰਹਿਤ ਹੋ ਕੇ, ਨਿਰਹੰਕਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਵੇ। ਮਹਾਰਾਜ ਬਲਿਹਾਰੀ ਗੁਰ ਆਪਣੇ, ਜਿਵੇਂ ਆਸਾ ਕੀ ਵਾਰ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਗੁਰ ਕੋ ਬਲ ਜਾਈਆ, ਐ ਗੁਰਸਿੱਖੋ ਆਪਣੇ ਸਤਿਗੁਰੂ ਜੀ ਤੋਂ ਹੀ ਅਸੀਂ ਬਲਿਹਾਰ ਜਾਂਦੇ ਹਾਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਜੀ ਤੋਂ ਕੁਰਬਾਨ ਜਾਂਦੇ ਹਾਂ। ਤੁਸੀਂ ਵੀ ਘੁੰਮਵਾਰ ਨਹੀਂ ਜਾਣਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ। ਮਨ, ਬਾਣੀ, ਸਰੀਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪਰਾਇਣ ਕਰਕੇ ਸਤਿਗੁਰੂ ਜੀ ਤੋਂ ਮਹਾਰਾਜ ਕਹਿੰਦੇ ਘੁੰਮਵਾਰ ਨੇ ਜਾਣਾ ਕਰੋ। ਆਏ ਮਿਲ ਗੁਰ ਸਿੱਖ ਆਏ ਮਿਲ, ਹੇ ਮੇਰੇ ਸਤਿਗੁਰੂ ਜੀ ਦੇ ਪਿਆਰੇ ਗੁਰ ਸਿੱਖ, ਆ ਕਰਕੇ ਮਿਲਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਗੁਰ ਸਿੱਖ ਆਓ, ਆ ਕਰਕੇ ਮਿਲਣਾ ਕਰੋ। ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਸਤਿਗੁਰੂ ਜੀ ਦੇ ਪਿਆਰਾ ਗੁਰ ਸਿੱਖ ਹੈ। ਐ ਗੁਰ ਸਿੱਖੋ ਆਪ ਜੀ ਸਾਡੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਹੋ, ਆਓ ਆ ਕਰਕੇ ਸਾਨੂੰ ਮਿਲਣਾ ਕਰੋ। ਜਿਹੜਾ ਗੁਰਸਿੱਖ ਮਹਾਰਾਜ ਸਾਹਿਬ ਜੀ ਦੀ ਆਗੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਕਦੇ ਵੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਨਹੀਂ ਕਰਦਾ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਿਆਰੇ ਗੁਰਸਿੱਖ ਕਹਿ ਕੇ ਸੱਚੇ ਪਾਤਸ਼ਾਹ ਜੀ ਮਾਣ ਦਿੰਦੇ ਆ। ਕਿੰਨਾ ਵਡਿਆਈ ਗਰੀਬ ਨਵਾਜ ਸਤਿਗੁਰੂ ਜੀ ਉਹਨਾਂ ਨੂੰ ਬਖਸ਼ਦੇ ਹਨ। ਜਿਵੇਂ ਹਜੂਰ ਦਾ ਮੁੱਖ ਵਾਕ ਆਉਂਦਾ ਹੈ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆ। ਜਿਹੜੇ ਸਿੱਖ ਮਨ, ਬਾਣੀ, ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਂਦੇ, ਹਜੂਰ ਕਹਿੰਦੇ ਉਹਨਾਂ ਦੇ ਜਾਣੋ ਸਭ ਤੋਂ ਵੱਡੇ ਭਾਗ ਹਨ। ਸ਼੍ਰੋਮਣੀ ਪਰਮ ਭਾਗ ਉਹਨਾਂ ਪਿਆਰ ਵਾਲੇ ਗੁਰਸਿੱਖਾਂ ਦੇ ਹੈ ਜੋ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਹੈ। ਔਰ ਇੱਥੇ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਪਿਆਰ ਵਾਲੇ ਗੁਰ ਸਿੱਖ, ਤੂੰ ਮੇਰੇ ਸਤਿਗੁਰੂ ਜੀ ਦਾ ਪਿਆਰਾ ਸਿੱਖ ਹੈ। ਮਨ, ਬਾਣੀ, ਸਰੀਰ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕੇ ਰਹਿੰਦਾ ਹੈ, ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦਾ ਹੈ, ਨਿਰਹੰਕਾਰ ਹੋ ਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਦਾ ਹੈ।
हे प्यारे गुरसिख आ करके मिलना कर। संगत जी अपने पुरखियां दा इतिहास पढ़ के देखिए कि जे किते किसी नगर दे विच जिवें श्री अंमृतसर साहिब दी पावन धरती ते धन गुरु श्री गुरु रामदास साहिब महाराज सच्चे पातशाह जां शहीदां दे सिरताज शांति दे पुन सतगुरु श्री गुरु अर्जन देव साहिब महाराज सच्चे पातशाह जी दूर दरेडियों किसी सिख ने महाराज साहिब जी दे दर्शन करन वास्ते आउणा ते जदों वापस नगरां विच चल करके जाना ते नगर दे लोग साध संगत जीओ सिख दे चरणां ते नमस्कारां करिया करदे कि तू मेरे गुरुदेव दे दर्शन करके आया है। इन्ना प्यार इन्ना चाह हुंदा मनां दे अंदर कि सतगुरु जी दे दर्शन करके आया। हर एक दे मन दे अंदर काहली हुंदी सी, उत्साह हुंदा कि जेड़ा सिख सतगुरां दे दीदार करके आया ਅਸੀਂ ਜੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਨਹੀਂ ਕਰ ਸਕਦੇ ਉਹ ਸਿੱਖ ਦੇ ਜਾ ਕੇ ਇਹ ਭਾਵਨਾ ਦੇ ਨਾਲ ਦੀਦਾਰ ਕਰ ਲਈਏ। ਸੰਗਤ ਜੀ ਜ਼ਿਆਦਾ ਸਮਾਂ ਦੂਰ ਕੀ ਜਾਣਾ ਅਜੇ ਕੁਝ ਕੁ ਸਮੇਂ ਦਾ ਹੀ ਸਾਰੀ ਸੰਗਤ ਜੀ ਗੱਲ। ਹੁਣ ਭਾਵੇਂ ਸਮਾਂ ਤਬਦੀਲ ਹੁੰਦਾ ਜਾ ਰਿਹਾ ਹੈ ਸਾਡੇ ਅੰਦਰ ਭਾਵਨਾ ਔਰ ਸ਼ਰਧਾ ਜਿਹੜੀ ਮਿਟਦੀ ਜਾ ਰਹੀ ਹੈ। ਗਰੀਬ ਨਵਾਜ ਬਾਜਾਂ ਵਾਲੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਚਖੰਡ ਗਮਨ ਅਸਥਾਨ ਤੱਕ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਇੱਥੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਜੇ ਕਿਤੇ ਪੰਜਾਬ ਤੋਂ ਜਾਂ ਹੋਰ ਕਿਸੇ ਥਾਂ ਤੋਂ ਸਾਰੀ ਸੰਗਤ ਜੀ ਕਿਸੇ ਸਟੇਟ ਤੋਂ ਕੋਈ ਸਿੱਖ ਦਰਸ਼ਨ ਵਾਸਤੇ ਕਰਨ ਵਾਸਤੇ ਆਉਂਦਾ ਤੇ ਜਿਹੜੇ ਨਗਰ ਦੇ ਲੋਕ ਉਹਨਾਂ ਦੇ ਮਨਾਂ ਵਿੱਚ ਵੀ ਬੜਾ ਚਾਹ ਹੁੰਦਾ कि सिख महाराज साहिब जी बाजा वाले सतगुरु जी दे दीदार करके आए असीं इहदे दर्शन कर लईए। भावना दे नाल उहदे चरण धोण दी सेवा करदे उहदे चरणां ते अपना सीस रख के बार बार नमस्कारां करदे कि इन्हां चरणां दे नाल तू महाराज साहिब जी दीआं परदखणां करके आया। इन्हां हत्थां दे नाल बाजा वाले सतगुरु जी दे पवित्र अस्थानां दे सेवा करके आया। इन्हां नेत्रां दे नाल महाराज साहिब जी दे दीदार करके आया। बड़ा चाह ते प्यार हुंदा सिखां दे मनां अंदर। महाराज सच्चे पातशाह हजूर कहंदे हन आए मिल गुर सिख आए मिल तू मेरे गुरु के प्यारे। हे प्यार वाले गुरसिख आके मिलना कर। मिल के अकाल पुरख वाहिगुरु परमात्मा दी अकथ कथा नूं कथन करिए रब्बी गुणां नूं चेते करिए। तू साडा प्यार वाला गुरसिख है महाराज जी दा प्यारा गुरसिख है। विश्राम दे के हजूर फरमाउंदे हन हर के गुण हर भाव दे। हरि अकाल पुरख वाहिगुरु परमात्मा दे गुण साध संगत जी जिस जीव दे हिरदे विच भा जांदे हन ਜਾਂ ਫਿਰ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਤਿਆਦਿਕ ਪਰਮਾਤਮਾ ਦੇ ਬਖਸ਼ੇ ਹੋਏ ਸ਼ੁਭ ਗੁਣ ਹਨ। ਜਿਹੜਾ ਜੀਵ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਦਾ ਹੈ ਇਹ ਸ਼ੁਭ ਗੁਣਾਂ ਕਰਕੇ ਹੀ ਪਰਮਾਤਮਾ ਨੂੰ ਭਾਉਂਦਾ ਹੈ। ਇਹ ਸੁਭਾਵਿਕ ਹੈ ਸੰਗਤ ਜੀ। ਮਨੁੱਖ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਰਦਾ ਤੇ ਪਰਮਾਤਮਾ ਦੀ ਨੇੜਤਾ ਬਣਦੀ ਹੈ। ਚੰਗੇ ਕਰਮ ਤਾਂ ਕਰਦਾ ਜੇ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ। ਜੇ ਮੰਦੇ ਕਰਮ ਕਰਦਾ ਅਵਗੁਣਾਂ ਨੂੰ ਧਾਰਨ ਕਰਨੇ ਕਰਕੇ ਪ੍ਰਮਾਤਮਾ ਤੋਂ ਫਿਰ ਦੂਰ ਹੋਈ ਜਾਂਦਾ। ਜਪਜੀ ਸਾਹਿਬ ਪਾਵਨ ਬਾਣੀ ਵਿੱਚ ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਮਨੁੱਖ ਜੇ ਚੰਗੇ ਕਰਮ ਕਰਦਾ ਤੇ ਪ੍ਰਮਾਤਮਾ ਦੀ ਨੇੜਤਾ ਬਣਾਉਂਦਾ ਸੁਰਤ ਕਰਕੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਉਂਦਾ ਹੈ। ਜੇ ਮੰਦੇ ਕਰਮ ਕਰਦਾ ਮੰਦਾ ਸੋਚਦਾ ਮੰਦਾ ਦੇਖਦਾ ਮੰਦਾ ਵਿਚਾਰਦਾ ਪਰਮਾਤਮਾ ਤੋਂ ਫਿਰ ਦੂਰ ਹੋਈ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਰ ਕੇ ਗੁਣ ਹਰ ਭਾਵ ਦੇ। ਪਰਮੇਸ਼ਰ ਦੀ ਪ੍ਰਾਪਤੀ ਵਾਲੇ ਜੋ ਸ਼ੁਭ ਗੁਣ ਹਨ ਉਹੋ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਭਾਉਂਦੇ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ ਮਨੁੱਖ ਦੀ ਜ਼ਿੰਦਗੀ ਵਿੱਚ ਜਿੰਨੇ ਵੀ ਔਗੁਣ ਹੈ ਨਾ ਜਾਣੋ ਓਨੀਆਂ ਜੰਜੀਰਾਂ ਇਸ ਜੀਵ ਨੂੰ ਪਈਆਂ ਹੋਈਆਂ ਨੇ।
ਉਹਨੀਆਂ ਜੰਜੀਰਾਂ ਰੂਪੀ ਬੰਧਨਾਂ ਦੇ ਵਿੱਚ ਬੱਝਾ ਹੋਇਆ ਜਿਨਨੇ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਅਵਗੁਣ ਧਾਰਨ ਕੀਤੇ ਹਨ। ਤੇ ਮਹਾਰਾਜ ਫਿਰ ਉਹਨਾਂ ਅਵਗੁਣਾ ਰੂਪ ਜੰਜੀਰਾਂ ਨੂੰ ਕਿਵੇਂ ਕੱਟਿਆ ਜਾ ਸਕਦਾ? ਸਤਿਗੁਰੂ ਜੀ ਕਹਿੰਦੇ ਹਨ, ਜੇ ਸ਼ੁਭ ਗੁਣਾ ਜੀਵਨ ਦੇ ਵਿੱਚ ਧਾਰਨ ਕਰ ਲਵੇ, ਅਵਗੁਣਾਂ ਦੀਆਂ ਜੰਜੀਰਾਂ, ਅਵਗੁਣਾ ਰੂਪੀ ਜਿਹੜੇ ਸੰਗਲ ਹਨ ਉਹ ਆਪਣੇ ਆਪ ਹੀ ਟੁੱਟ ਜਾਣਾ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਜੇ ਗੁਣ ਹੋਣ ਤਾਂ ਕੱਟੀਐ ਨਾ, ਸੇ ਭਾਈ ਸੇ ਵੀਰ। ਸ਼ੁਭ ਗੁਣ ਜੀਵ ਦੇ ਭਰਾਵਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਵੀਰਾਂ ਦੀ ਤਰ੍ਹਾਂ ਸਹਾਇਕ ਬਣਦੇ ਆ। ਜਿਹੜੇ ਸ਼ੁਭ ਗੁਣ ਹਨ ਇਹ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਏ ਮਨੁੱਖ ਦੀ ਸਹਾਇਤਾ ਕਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਕੇ ਗੁਣ ਹਰ ਭਾਵ ਦੇ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ਼ੁਭ ਗੁਣ ਹੀ ਪਰਮੇਸ਼ਰ ਨੂੰ ਪਾਉਂਦੇ ਹਨ। ਸੇ ਗੁਰੂ ਤੇ ਪਾਏ। ਫਿਰ ਮਹਾਰਾਜ ਐਸੇ ਗੁਣਾਂ ਨੂੰ ਕਿੱਥੋਂ ਪਾਈਦਾ, ਕਿੱਥੋਂ ਪ੍ਰਾਪਤੀ ਹੁੰਦੀ ਹੈ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਸੇ ਗੁਰੂ ਤੇ ਪਾਏ। ਪੂਰੇ ਸਤਿਗੁਰੂ ਜੀ ਉਤੇ ਐਸੇ ਸ਼ੁਭ ਗੁਣਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ, ਤਿਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਅਵਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕੀਤਾ ਹੈ। ਕਿਉਂਕਿ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਤਾਂ ਸਮਝ ਪੈਂਦੀ ਹੈ ਕਿ ਜੀਵਨ ਦੇ ਵਿੱਚ ਕੀ ਧਾਰਨ ਕਰਨਾ ਤੇ ਕੀ ਤਿਆਗਣਾ ਹੈ। ਨਹੀਂ ਤਾਂ ਮਨੁੱਖ ਜੋ ਤਿਆਗਣਾ ਹੈ ਉਹ ਗ੍ਰਹਿਣ ਕਰੀ ਜਾਂਦਾ ਹੈ, ਜੋ ਗ੍ਰਹਿਣ ਕਰਨਾ ਉਹਨੂੰ ਤਿਆਗੀ ਜਾਂਦਾ ਹੈ। ਅਗਿਆਤ ਹੋਣੇ ਕਰਕੇ, ਅਗਿਆਨਤਾ ਦੇ ਵਸੀਕਾਰ ਹੋਣੇ ਕਰਕੇ ਜ਼ਿੰਦਗੀ ਦੇ ਵਿੱਚ ਮਨੁੱਖ ਉਲਟਾ ਚੱਲਦਾ ਹੈ, ਬੇਸਮਝ ਹੋਣੇ ਕਰਕੇ। ਪਰ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਜਦੋਂ ਪ੍ਰਾਪਤ ਹੁੰਦਾ ਹੈ, ਸਾਝ ਕੀਜੈ ਗੁਣ ਹਕੇਰੀ, ਛੋੜ ਅਵਗੁਣ ਚੱਲੀਐ। ਹੇ ਗੁਰਸਿੱਖ, ਸ਼ੁਭ ਗੁਣਾਂ ਦੇ ਨਾਲ ਸਾਝ ਬਣਾ, ਸ਼ੁਭ ਗੁਣਾਂ ਦੇ ਨਾਲ ਮਿੱਤਰਤਾ ਪਾ, ਅਵਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਿਆ ਕਰ। ਜ਼ਿੰਦਗੀ ਦੇ ਵਿੱਚ ਹੇ ਜੀਵ, ਤੇਰੇ ਸ਼ੁਭ ਗੁਣ ਹੀ ਤੇਰੇ ਸਹਾਇਕ ਬਣਨ ਵਾਲੇ ਐ। ਅਵਗੁਣਾਂ ਨੇ ਨਹੀਂ ਕਦੇ ਵੀ ਤੇਰੇ ਸਹਾਇਕ ਬਣਨਾ। ਪਰਮਾਰਥ ਦੇ ਰਸਤੇ ਤੇ ਚੱਲਦੇ ਹੋਇਆ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਦੇ ਵੱਲ ਸ਼ੁਭ ਗੁਣਾਂ ਨੇ ਤੇਰੇ ਸਾਥ ਦੇਣਾ ਹੈ। ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਹੋਣੇ ਕਰਕੇ ਮਹਾਰਾਜ ਕਹਿੰਦੇ ਫਿਰ ਅਵਗੁਣਾਂ ਨੂੰ ਛੱਡਦਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ। ਨਹੀਂ ਤਾਂ ਜੀਵਨ ਦੇ ਵਿੱਚ ਮਨੁੱਖ ਕਈ ਵਾਰ ਚਾਹਤ ਤਾਂ ਕਰਦਾ ਕਿ ਮੈਂ ਚੰਗੇ ਕਰਮ ਕਰਾਂ, ਪਰ ਅਵਗੁਣ ਨਾ ਛੱਡਣੇ ਕਰਕੇ ਮਨੁੱਖ ਚਾਹ ਕਰਕੇ ਵੀ ਚੰਗੇ ਕਰਮ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਆਦਤਾਂ ਇਦਾਂ ਦੀਆਂ ਮਾੜੀਆਂ ਪਈਆਂ ਨੇ, ਪੂਰਬਲੇ ਮਾੜੇ ਸੰਸਕਾਰ ਇਦਾਂ ਦੇ ਜ਼ਿੰਦਗੀ ਵਿੱਚ ਪ੍ਰਾਪਤ ਹੋਏ ਐ, ਜਿਨ੍ਹਾਂ ਕਰਕੇ ਮਨੁੱਖ ਚਾਹ ਕਰਕੇ ਵੀ ਮਹਾਰਾਜ ਕਹਿੰਦੇ ਜੀਵ ਨਿਸ਼ਕਾਮ ਕਰਮਾਂ ਦੀ ਕਰਨੀ ਨਹੀਂ ਕਰ ਸਕਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਜੇ ਕਿਤੇ ਜੀਵ ਭਾਵਨਾ ਦੇ ਨਾਲ ਸਰਵਣ ਕਰ ਲੈਂਦਾ ਤਾਂ ਸਮਝ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ। ਹੇ ਜੀਵ, ਪੂਰੇ ਸਤਿਗੁਰੂ ਜੀ ਤੇ ਵੈਸੇ ਸ਼ੁਭ ਗੁਣਾਂ ਨੂੰ ਪਾਇਆ ਜਾ ਸਕਦਾ ਹੈ। ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਭਾਵ ਜਿਨ੍ਹਾਂ ਕੇ ਗੁਰੂ ਕੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ, ਜਿਨ੍ਹਾਂ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਬਚਨਾਂ ਨੂੰ ਕਦੇ ਵੀ ਟਾਲਿਆ ਨਹੀਂ ਹੈ, ਸਤ ਬਚਨ ਕਹਿ ਕੇ ਜੀਵਨ ਵਿੱਚ ਧਾਰਿਆ ਹੈ। ਤਿਨ ਘੁੰਮ ਘੁੰਮ ਜਾਏ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਾਰ-ਬਾਰ ਘੁੰਮ ਘੁੰਮ, ਭਾਵ ਘੁੰਮ ਵਾਰ ਨਹੀਂ ਜਾਂਦੇ, ਉਹਨਾਂ ਦੀਆਂ ਪ੍ਰਦਖਣਾ ਕਰਦੇ ਹਾਂ, ਵਾਰ-ਵਾਰ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਜੋ ਸਿੱਖ ਮਹਾਰਾਜ ਸਾਹਿਬ ਜੀ ਦੇ ਭਾਣੇ ਵਿੱਚ ਰਹਿੰਦੇ ਹਨ, ਸਾਧ ਸੰਗਤ ਜੀ, ਗੁਰੂ ਕਾ ਬਚਨ ਹੈ, ਜ਼ਿੰਦਗੀ ਵਿੱਚ ਜਿਹੜਾ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਕਿੰਨਾ ਮਾਣ ਦਿੰਦੇ ਐ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਤਿਗੁਰੂ ਜੀ ਕਹਿੰਦੇ ਸਾਡਾ ਸਖਾ ਹੈ, ਪਿਆਰਾ ਹੈ, ਸੰਬੰਧੀ ਹੈ, ਸਾਡਾ ਭਰਾ ਹੈ, ਜਿਹੜਾ ਗੁਰੂ ਕੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ। ਪਰ ਅਗਲਾ ਬਚਨ ਇਹ ਵੀ ਕਰ ਦਿੱਤਾ, ਆਪਣੇ ਭਾਣੇ ਜੋ ਚੱਲੇ ਭਾਈ,
ਵਿਛੜ ਚੋਟਾ ਖਾਵੇ। ਜਿਹੜਾ ਮਨੁੱਖ ਸਤਿਗੁਰੂ ਜੀ ਦੇ ਹੁਕਮ ਨੂੰ ਵਿਸਾਰ ਕੇ ਮਨ ਮੱਤਾਂ ਕਰਦਾ ਹੈ, ਉਹ ਫਿਰ ਮਹਾਰਾਜ ਸਾਹਿਬ ਜੀ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦਾ ਰਹਿੰਦਾ। ਇੱਕ ਜਨਮ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਬਾਰ-ਬਾਰ ਸੰਸਾਰ ਦੇ ਵਿੱਚ ਧਾਰਨ ਕਰਦਾ ਹੈ, ਜਮਾਂ ਦੀਆਂ ਚੋਟਾਂ ਖਾਂਦਾ। ਜੀਵਨ ਕਾਲ ਦੌਰਾਨ ਵੀ ਜ਼ਿੰਦਗੀ ਵਿੱਚ ਦਰ-ਦਰ ਤੇ ਠੋਕਰਾਂ ਖਾਂਦਾ ਰਹਿੰਦਾ। ਜਿਹੜਾ ਸਿੱਖ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਜਾਂਦਾ ਹੈ, ਮਨ ਮੱਤਾਂ ਕਰਦਾ ਹੈ, ਗੁਰੂ ਕੀ ਮੱਤ ਨੂੰ ਵਿਸਾਰ ਦਿੰਦਾ ਹੈ। ਪਰ ਜੋ ਗੁਰਸਿੱਖ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਆ, ਮਹਾਰਾਜ ਕਹਿੰਦੇ ਤਿੰਨ ਘੁੰਮ ਜਾਈ, ਤਿੰਨਾਂ ਤੋਂ ਵਾਰ-ਵਾਰ ਅਸੀਂ ਕੁਰਬਾਨ ਜਾਂਦੇ ਹਾਂ। ਸਤਿਗੁਰੂ ਜੀ ਦਾ ਵਚਨ ਹੈ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਉਹ ਸਿੱਖ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ, ਮਹਾਰਾਜ ਕਹਿੰਦੇ ਗੁਰੂ ਕੀ ਆਗਿਆ ਵਿੱਚ ਰਹਿ ਕੇ ਚੱਲਦਾ ਹੈ। ਜਿਨ ਸਤਿਗੁਰ ਪਿਆਰਾ ਦੇਖਿਆ। ਹੇ ਗੁਰਸਿੱਖੋ, ਜਿਨ੍ਹਾਂ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਦੀਦਾਰ ਕੀਤੇ ਹੈ, ਜੋ ਸਿੱਖ ਬੜੇ ਵਿਚਾਰ ਦੀ ਨਿਗਾਹ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰਾਂ ਦੇ ਦੀਦਾਰ ਕਰਦੇ ਹਨ, ਤਿਨ ਕੋ ਹੋ ਵਾਰੀ। ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਜੋ ਗੁਰਸਿੱਖ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਗੁਰ ਕੀ ਕੀਤੀ ਚਾਕਰੀ। ਜਿਨ੍ਹਾਂ ਸਿੱਖਾਂ ਨੇ ਚਾਕਰ ਬਣ ਕੇ, ਸੇਵਕ ਬਣ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਹੈ, ਚਾਕਰੀ ਕੀਤੀ ਹੈ। ਚਾਕਰੀ ਤੋਂ ਭਾਵ ਸੇਵਾ ਕਰਨੀ, ਤੇ ਸੇਵਾ ਵੀ ਉਹੀ ਗੁਰੂ ਕੀ ਕਰ ਸਕਦਾ ਜਿਹੜਾ ਨਿਰਹੰਕਾਰ ਹੋ ਕੇ ਜੀਵਨ ਨਿਰਵਾਹ ਕਰਦਾ। ਹੰਕਾਰੀ ਮਨੁੱਖ ਨਹੀਂ ਕਦੇ ਸਤਿਗੁਰੂ ਜੀ ਦੀ ਸੇਵਾ ਕਰ ਸਕਦਾ, ਕਿਉਂਕਿ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਹੰਕਾਰ ਰੂਪੀ ਸੀਸ ਵੱਢ ਕੇ ਨਿਮਰਤਾਵਾਨ ਹੋ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਜਾ ਸਕਦੀ ਹੈ। ਹੰਕਾਰੀ ਬਣ ਕੇ ਨਹੀਂ ਕਦੇ ਮਹਾਰਾਜ ਜੀ ਦੀ ਸੇਵਾ ਕੀਤੀ ਜਾ ਸਕਦੀ। ਜਿਨ ਗੁਰ ਕੀ ਕੀਤੀ ਚਾਕਰੀ, ਜਿਨ੍ਹਾਂ ਨੇ ਚਾਅ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਹੈ, ਸੇਵਕ ਬਣ ਕੇ ਜਿਨ੍ਹਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਤਿਨ ਸਦ ਬਲਿਹਾਰੀ। ਮਹਾਰਾਜ ਕਹਿੰਦੇ ਉਹਨਾਂ ਤੋਂ ਸਾਨੂੰ ਸਦਾ ਹੀ ਬਲਿਹਾਰ ਜਾਣਾ ਚਾਹੀਦਾ। ਸਾਧ ਸੰਗਤ ਜੀ, ਆਸਾ ਦੀ ਵਾਰ ਵਿੱਚ ਮਹਾਰਾਜ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਨ, ਚਾਕਰ ਲੱਗਿਆ ਚਾਕਰੀ, ਜੇ ਚੱਲਿਆ ਖਸਮੈ ਪਾਹੇ। ਉਹੋ ਚਾਕਰ ਬਣ ਕੇ ਮਹਾਰਾਜ ਜੀ ਦੀ ਚਾਕਰੀ ਵਿੱਚ ਲੱਗ ਸਕਦਾ ਹੈ, ਗੁਰੂ ਕੀ ਸੇਵਾ ਵਿੱਚ ਲੱਗ ਸਕਦਾ ਹੈ, ਜਿਹੜਾ ਆਪਣੇ ਮਾਲਕ ਦੇ ਬਚਨ ਨੂੰ ਸਤ ਕਰਕੇ ਮੰਨਦਾ ਹੈ। ਜੇ ਚੱਲੇ ਸਤਿਗੁਰ ਭਾਏ, ਮਹਾਰਾਜ ਜੀ ਦੇ ਭਾਣੇ ਵਿੱਚ ਚੱਲਦਾ ਤਾਂ ਮਹਾਰਾਜ ਕਹਿੰਦੇ ਉਹਦੀ ਚਾਕਰੀ ਕੀਤੀ ਹੋਈ ਸਫਲੀ ਹੁੰਦੀ ਹੈ। ਜੇ ਮਾਲਕ ਦੇ ਨਾਲ ਹੁਕਮ ਜਤਾਈ ਜਾਵੇ, ਅੱਗੋਂ ਬਾਰ-ਬਾਰ ਸਿਰ ਅੜਾਈ ਜਾਵੇ ਕਿ ਨਹੀਂ ਏਦਾਂ ਨਹੀਂ, ਐਵੇਂ ਹੋਣਾ ਚਾਹੀਦਾ, ਮੈਨੂੰ ਜ਼ਿਆਦਾ ਪਤਾ ਹੈ, ਮੈਂ ਵਿਦਿਆ ਪੜ੍ਹੀ ਹੋਈ ਹੈ, ਮੈਂ ਬਹੁਤਾ ਸਿਆਣਾ, ਮੈਂ ਬੜਾ ਚਤੁਰ ਹਾਂ, ਉਹ ਫਿਰ ਆਪਣੇ ਮਾਲਕ ਦੀ ਖੁਸ਼ੀਆਂ ਨਹੀਂ ਕਦੇ ਪ੍ਰਾਪਤ ਕਰ ਸਕਦਾ। ਕਿਉਂਕਿ ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਨਿਮਰਤਾਵਾਨ ਹੋ ਕੇ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਹੁਰਮਤ ਤਿਸ ਨੂੰ ਅਗਲੀ, ਉਹ ਵਜਹੁ ਭੇਦੂ ਨਾ ਖਾਏ। ਪਰ ਅਗਲਾ ਬਚਨ ਹੈ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਜੇ ਕਹੇ ਕਿ ਚਾਕਰ ਕਹੇ ਕਿ ਮੈਂ ਹੁਣ ਆਪਣੇ ਮਾਲਕ ਦੀ ਬਰਾਬਰਤਾ ਕਰ ਲਵਾਂ, ਨਹੀਂ ਸਾਧ ਸੰਗਤ ਜੀ, ਚਾਕਰ ਕਿਵੇਂ ਮਾਲਕ ਦੀ ਬਰਾਬਰਤਾ ਕਰ ਸਕਦਾ? ਹਾਂ, ਮਾਲਕ ਆਪ ਉਹਨੂੰ ਆਪਣੇ ਬਰਾਬਰ ਬਣਾਉਣਾ ਚਾਹੇ, ਆਪਣਾ ਸਰੂਪ ਬਖਸ਼ਿਸ਼ ਕਰ ਦੇਵੇ, ਗੱਲ ਵੱਖਰੀ ਹੈ। ਪਰ ਜੇ ਆਪਣੇ ਆਪ ਹੰਕਾਰੀ ਬਣ ਕੇ ਕਹੇ ਕਿ ਮੈਂ ਵੀ ਗੁਰੂ ਕੇ ਬਰਾਬਰ ਹੋ ਜਾਵਾਂ, ਮੈਂ ਵੀ ਗੁਰੂ ਬਣ ਕੇ ਸੰਸਾਰ ਦੇ ਵਿੱਚ ਰਹਾ, ਇਹ ਸਾਧ ਸੰਗਤ ਜੀ, ਉਹ ਜੀਵਨ ਦੇ ਵਿੱਚ ਫਿਰ ਉਹਨੂੰ ਘਾਟਾ ਹੀ ਪੈਂਦਾ ਹੈ। ਉਹ ਮਨੁੱਖ ਦੀ ਅਗਿਆਨਤਾ ਹੈ, ਬੇਸਮਝਤਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਸਦਾ ਮਹਾਰਾਜ ਕਹਿੰਦੇ ਸਾਨੂੰ ਤਿਨਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਹਰ ਹਰ ਤੇਰਾ ਨਾਮ ਹੈ। ਹਰੀ ਅਕਾਲ ਪੁਰਖ ਪਰਮੇਸ਼ਰ ਜੀ, ਜੋ ਆਪ ਜੀ ਦਾ ਨਾਮ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਹਰ ਥਾਂ ਤੇ ਵਰਤਨ ਵਾਲਾ ਹੈ, ਹਰ ਥਾਂ ਤੇ ਸਹਾਇਤਾ ਕਰਨ ਵਾਲਾ ਹੈ।
ਫਿਰ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਜੀ ਦਾ ਨਾਮ ਹੈ। ਦੁੱਖ ਮੇਟਣ ਹਾਰਾ, ਸਭ ਦੁੱਖਾਂ ਨੂੰ ਮੇਟਣ ਵਾਲਾ ਹੈ, ਐਸਾ ਮਹਾਰਾਜ ਆਪ ਜੀ ਦਾ ਨਾਮ ਹੈ। ਮਨੁੱਖ ਦੇ ਤਨ ਕਰਕੇ ਦੁੱਖ ਲੱਗੇ ਹੋਣ, ਮਨ ਕਰਕੇ ਦੁੱਖ ਲੱਗੇ ਹੋਣ, ਸਭ ਦੁੱਖਾਂ ਨੂੰ ਮਿਟਾਉਣ ਵਾਲਾ ਹੈ। ਸਭ ਦੁੱਖਾਂ ਤੋਂ ਮਹਾਰਾਜ ਕਹਿੰਦੇ ਰਾਹਤ ਦਿਵਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ। ਗੁਰ ਸੇਵਾ ਤੇ ਪਾਈਐ। हे ਮਹਾਰਾਜ, ਇਹ ਨਾਮ ਕਿੱਥੋਂ ਪ੍ਰਾਪਤ ਕਰੀਦਾ ਹੈ? ਹਜੂਰ ਕਹਿੰਦੇ ਗੁਰੂ ਕੀ ਸੇਵਾ ਕਰਕੇ ਨਾਮ ਮਿਲਦਾ ਹੈ। ਸਤਿਗੁਰੂ ਜੀ ਦੀ ਸੇਵਾ ਕਰੇ ਗੁਰਸਿੱਖ ਤਾਂ ਫਿਰ ਉਹ ਗੁਰਸਿੱਖ ਦੀ ਝੋਲੀ ਵਿੱਚ ਨਾਮ ਦਾ ਦਾਨ ਪੈਂਦਾ ਹੈ। ਗੁਰ ਸੇਵਾ ਤੇ ਪਾਈ ਹੈ, ਜਿਨ੍ਹਾਂ ਨੇ ਗੁਰੂ ਕੀ ਸੇਵਾ ਕਰਕੇ ਆਏ ਪਰਮੇਸ਼ਰ ਦੇ ਨਾਮ ਦੀ ਦਾਤ ਨੂੰ ਪਾਇਆ ਹੈ। ਗੁਰਮੁਖ ਨਿਸਤਾਰਾ, ਉਹਨਾਂ ਗੁਰਮੁਖਾਂ ਦਾ ਨਿਸਤਾਰਾ ਹੋ ਗਿਆ, ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਗਏ ਨੇ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਕੀ ਸੇਵਾ ਕਰਕੇ ਨਾਮ ਦੀ ਦਾਤ ਪਾਈ ਹੈ। ਜੋ ਹਰ ਨਾਮ ਧਿਆਏ ਦੇ, हे ਗੁਰਸਿੱਖੋ, ਜਿਹੜੇ ਪਿਆਰ ਵਾਲੇ ਗੁਰਮੁਖ ਜਨ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਧਿਆਉਂਦੇ ਐ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ, ਇਹ ਜਨ ਪਰਵਾਨਾ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ ਐ। ਉਹੋ ਹੀ ਪ੍ਰਵਾਨ ਹਨ ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਰੱਬ ਦਾ ਨਾਮ ਜਪਿਆ। 52 ਅੱਖਰੀ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਨੇ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਜਿਹੜਾ ਗੁਰਸਿੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ, ਮਹਾਰਾਜ ਕਹਿੰਦੇ ਆਇਆ ਹੋਇਆ ਸਫਲਾ ਉਸੇ ਦਾ ਹੁੰਦਾ ਹੈ। ਲੋਕ ਪਰਲੋਕ ਦੇ ਵਿੱਚ ਉਹਨੂੰ ਸਫਲਤਾ ਮਿਲਦੀ ਹੈ। ਪਰਮੇਸ਼ਰ ਦੇ ਘਰ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ। ਜਿਹੜਾ ਜੀਵ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ। ਤਿਨ ਬਿਟੋ ਨਾਨਕ ਵਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਸਦਾ ਸਦਾ ਕੁਰਬਾਨਾ, ਸਦਾ ਸਦਾ ਸਾਨੂੰ ਕੁਰਬਾਨ ਜਾਣਾ ਚਾਹੀਦਾ। ਜਿਨ੍ਹਾਂ ਗੁਰਸਿੱਖਾਂ ਨੇ ਨਾਮ ਜਪ ਕੇ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ, ਆਪ ਤਰੇ ਹੋਰਾਂ ਨੂੰ ਵੀ ਆਪਣੇ ਸੰਗੀ ਸਾਥੀਆਂ ਨੂੰ ਸੰਸਾਰ ਤੋਂ ਤਾਰਿਆ ਹੈ। ਹਰ ਤੇਰੀ ਉਸਤਤ ਹੈ। हे ਗੁਰਸਿੱਖ, ਜੇ ਪ੍ਰਮਾਤਮਾ ਦੀ ਉਸਤਤ ਕਰਦਾ, ਮਹਾਰਾਜ ਕਹਿੰਦੇ ਉਹ ਕੀਤੀ ਹੋਈ ਤੇਰੀ ਉਸਤਤ ਸਫਲੀ ਹੈ। ਜੋ ਹਰ ਪ੍ਰਭ ਭਾਵੈ, ਜੋ ਹਰੀ ਅਕਾਲ ਪੁਰਖ ਪ੍ਰਮਾਤਮਾ ਨੂੰ ਭਾਵੰਦੀ ਹੈ। ਮਹਾਰਾਜ ਕਹਿੰਦੇ ਉਹ ਉਸਤਤ ਗਾਇਆ ਹੋਇਆ ਜਸ, ਜਪਿਆ ਹੋਇਆ ਨਾਮ ਸਫਲਾ ਹੁੰਦਾ। ਜੋ ਹਰ ਪ੍ਰਭ ਭਾਵੈ, ਜਿਹੜਾ ਪ੍ਰਮਾਤਮਾ ਨੂੰ ਭਾਉਂਦਾ ਹੈ। ਪ੍ਰਮਾਤਮਾ ਨੂੰ ਕਿਵੇਂ ਭਾਉਂਦਾ? ਪਿਆਰ ਵਿੱਚ ਭੇਜ ਕੇ ਜੇ ਪ੍ਰਮਾਤਮਾ ਦੇ ਗੁਣ ਗਾਉਂਦਾ, ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਜਸ ਉਚਾਰਨ ਕਰਦਾ ਹੈ। ਮਹਾਰਾਜ ਕਹਿੰਦੇ ਗਾਇਆ ਹੋਇਆ ਜਸ, ਕੀਤੀ ਹੋਈ ਪ੍ਰਮਾਤਮਾ ਦੀ ਉਸਤਤ ਉਹ ਸਫਲੀ ਹੋ ਜਾਂਦੀ ਹੈ। ਨਹੀਂ ਤਾਂ ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਇਕੱਲਾ ਕਹਿਣੇ ਮਾਤਰ ਨਹੀਂ, ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਰੂਪ ਹੋਇਆ ਜਾ ਸਕਦਾ। ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖਣਾ ਪੈਂਦਾ। ਪਰਮਾਤਮਾ ਦੇ ਭਾਣੇ ਵਿੱਚ ਵੀ ਚੱਲਣਾ ਪੈਂਦਾ। ਜ਼ਿੰਦਗੀ ਵਿੱਚ ਦੁੱਖ ਸੁੱਖ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਨੂੰ ਚੇਤੇ ਕਰਨਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੋ ਹਰ ਪ੍ਰਭ ਭਾਵੈ, ਜਿਹੜੀ ਉਸਤਤ ਪਰਮੇਸ਼ਰ ਨੂੰ ਭਾ ਜਾਵੇ, ਮਹਾਰਾਜ ਕਹਿੰਦੇ ਉਹ ਕੀਤੀ ਹੋਈ ਉਸਤਤ ਸਫਲੀ ਹੈ। ਜੋ ਗੁਰਮੁਖ ਪਿਆਰਾ ਸੇਵਦੇ, ਜਿਹੜੇ ਗੁਰਮੁਖ ਪਿਆਰੇ ਮਹਾਰਾਜ ਸੇਵ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ, ਤਿਨ ਹਰ ਫਲ ਪਾਵੈ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜੋ ਗੁਰਮੁਖ ਪਿਆਰਾ ਸੇਵਦੇ, ਅਥਵਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਹ ਅਵਸਥਾ ਬਖਸ਼ਿਸ਼ ਕੀਤੀ ਹੈ ਨਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਹਰ ਰੋਮ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ। ਉਹਨਾਂ ਦਾ ਇੱਕ ਇੱਕ ਸਰੀਰ ਦਾ ਰੋਮ ਰਸਨਾ ਰੂਪ ਹੋ ਕੇ ਵਾਹਿਗੁਰੂ 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 ਸਿਮਰਨ ਕਰਦਾ ਰਹਿੰਦਾ। ਜਿਵੇਂ ਰਸਨਾ ਤੋਂ ਅਸੀਂ ਬੋਲ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ, ਸਰੀਰ ਦੇ ਉੱਪਰ ਉਹਨਾਂ ਦੇ ਕਰੋੜਾਂ ਜਿਹੜੇ ਰੋਮ ਹਨ,
ਉਹ ਸਾਰੇ ਰਸਨਾ ਰੂਪ ਹੋ ਕੇ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ ਨੇ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਐਸੇ ਗੁਰਮੁਖ ਪਿਆਰਿਆਂ ਦੀ ਵੀ ਜਿਹੜਾ ਕੋਈ ਭਾਵਨਾ ਦੇ ਨਾਲ ਸੇਵਾ ਕਰਦਾ ਹੈ, ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਤਿੰਨ ਹਰ ਫਲ ਪਾਵੈ। ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਬ੍ਰਹਮ ਗਿਆਨ ਰੂਪੀ ਫਲ ਗੁਰਮੁਖ ਪਿਆਰਿਆਂ ਦੀ ਸੇਵਾ ਕਰਕੇ ਪਾ ਲੈਂਦੇ ਹਨ। ਨਾ ਹਰ ਸੇਤੀ ਪਿਰਹੜੀ। ਜਿਨ੍ਹਾਂ ਦੀ ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਲੱਗੀ ਹੈ। ਪਿਰਹੜੀ ਤੋਂ ਭਾਵ ਪ੍ਰੀਤ, ਸੱਚੀ ਪ੍ਰੀਤ, ਘਣੀ ਪ੍ਰੀਤ ਜਿਨ੍ਹਾਂ ਦੀ ਰੱਬ ਦੇ ਨਾਲ ਲੱਗ ਗਈ ਹੈ। ਤਿਨਾਂ ਜੀ ਪ੍ਰਭ ਨਾਲੇ। ਤਿਨਾਂ ਦੇ ਨਾਲ ਹੀ ਪ੍ਰਮਾਤਮਾ ਸਦਾ ਵਸਦਾ ਹੈ। ਉਹ ਨਿਸ਼ਚੈ ਕਰਕੇ ਜਾਣਦੇ ਹਨ ਕਿ ਪ੍ਰਮਾਤਮਾ ਸਦਾ ਮੇਰੇ ਨਾਲ ਵਸਦਾ ਹੈ। ਐਸਾ ਨਾ ਗੁਰਮੁਖਾਂ ਦੇ ਮਨ ਵਿੱਚ ਨਿਸ਼ਚਾ ਹੁੰਦਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਕਿ ਸਤਿਗੁਰੂ ਜੀ ਸਦਾ ਹੀ ਮੇਰੇ ਅੰਗ ਸੰਗ ਹਨ। ਜਿੱਥੇ ਵੀ ਕਿਤੇ ਯਾਦ ਕਰਦਾ ਮਹਾਰਾਜ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਐਸੀ ਸਿੱਖਾਂ ਦੇ ਮਨ ਵਿੱਚ ਭਾਵਨਾ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੂੰ ਸਦਾ ਆਪਣੇ ਅੰਗ ਸੰਗ ਸਮਝਦੇ ਹਨ। ਦੁਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਮਹਾਰਾਜ ਆਪ ਹੀ ਖੋਟੇ ਸਮੇਂ ਨੂੰ ਟਾਲਣ ਵਾਲੇ ਹੋ, ਸਾਡੇ ਮਾੜੇ ਕਰਮਾਂ ਦੀ ਗਤੀ ਨੂੰ ਕੱਟਣ ਵਾਲੇ ਹੋ। ਐਸਾ ਸਿੱਖਾਂ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ। ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਹਨ। ਹੋਏ ਜਪ ਜਪ ਪਿਆਰਾ ਜੀਵ ਦੇ। ਜਪਣੇ ਜੋਗ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮੇਸ਼ਰ ਨੂੰ ਜਪ ਜਪ ਕੇ ਜੀਵਤ ਭਾਵ ਵਿੱਚ ਰਹਿੰਦੇ ਹਨ। ਹਰ ਨਾਮ ਸਮਾਲੇ। ਜਿਸ ਕਰਕੇ ਉਹ ਨਾਮੀ ਪ੍ਰਮਾਤਮਾ ਦੇ ਵਿੱਚ ਉਹਨਾਂ ਦਾ ਸਮਾਉਣਾ ਹੋ ਜਾਂਦਾ ਹੈ। ਜਪ ਨਾਮ ਸੰਭਾਲੇ ਤੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਸੰਭਾਲ ਕਰਕੇ ਰੱਖਦੇ ਹੈ। ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਅਮੋਲਕ ਦਾਤ ਜਾਣ ਕੇ, ਜਿਵੇਂ ਕੋ ਮਹਿੰਗੇ ਮੁੱਲ ਵਾਲੀ ਵਸਤੂ ਹੋਵੇ, ਉਹਨੂੰ ਕਿਵੇਂ ਬਾਰ-ਬਾਰ ਸਾਂਭ ਕੇ ਰੱਖਿਆ ਜਾਂਦਾ ਹੈ। ਕਿਤੇ ਚੋਰ ਚੁਰਾ ਕੇ ਨਾ ਲੈ ਜਾਵੇ, ਕੋਈ ਚੁੱਕ ਕੇ ਨਾ ਲੈ ਜਾਵੇ। ਉਹਨੂੰ ਚੰਗੀ ਤਰ੍ਹਾਂ ਸਾਧ ਸੰਗਤ ਜੀ ਸਾਂਭ ਕੇ ਰੱਖਿਆ ਜਾਂਦਾ ਹੈ। ਆਪਣੀ ਸਿਮਰਤੀ ਵਿੱਚ, ਯਾਦ ਸ਼ਕਤੀ ਵਿੱਚ ਉਹਨੂੰ ਅਸੀਂ ਰੱਖਦੇ ਹਾਂ। ਤੇ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਅਮੋਲਕ ਦਾਤ ਜਾਣ ਕੇ ਗੁਰੂ ਕੇ ਪਿਆਰ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਇਹਨੂੰ ਸਾਂਭ ਕੇ ਰੱਖਦੇ, ਕਦੇ ਵੀ ਸਾਰਦੇ ਨਹੀਂ ਹਨ। ਹਰ ਸਮੇਂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਘਰ ਦੇ ਵਿੱਚ ਸਾਂਭ ਕਰਕੇ ਰੱਖਦੇ ਆ। ਮਹਾਰਾਜ ਕਹਿੰਦੇ ਹਨ, ਓਏ ਜਪ ਜਪ ਪਿਆਰਾ ਜੀਵ ਦੇ, ਹਰ ਨਾਮ ਸੰਭਾਲੇ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਹੈ, ਯਾਦ ਕੀਤਾ, ਜਪਣੇ ਜੋਗ ਵਾਹਿਗੁਰੂ ਦਾ ਜਾਪ ਜਪ ਜਪ ਕਰਕੇ ਮਹਾਰਾਜ ਕਹਿੰਦੇ ਜੀਵਤ ਭਾਵ ਵਿੱਚ ਰਹਿੰਦੇ ਹਨ। ਗੁਰਮੁਖ ਪਿਆਰਾ ਸੇਵਿਆ। ਹੇ ਗੁਰਸਿੱਖੋ, ਜਿਨ੍ਹਾਂ ਪਿਆਰ ਵਾਲੇ ਗੁਰਮੁਖਾਂ ਨੇ ਮਹਾਰਾਜ ਸਾਹਿਬ ਜੀ ਨੂੰ ਸੇਵਿਆ, ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਘੁੰਮ ਜਾਇਆ। ਤਿਨਾਂ ਤੋਂ ਮਹਾਰਾਜ ਕਹਿੰਦੇ ਅਸੀਂ ਘੁੰਮ ਵਾਰਨੇ ਜਾਂਦੇ ਹਾਂ। ਜਿਨ ਗੁਰਮੁਖ ਪਿਆਰਾ ਸੇਵਿਆ, ਜਿਨ੍ਹਾਂ ਨੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਨੂੰ ਭਾਵਨਾ ਦੇ ਨਾਲ ਗੁਰੂ ਸਰੂਪ ਜਾਣ ਕਰਕੇ ਸੇਵਾ ਕੀਤੀ ਹੈ, ਉਹਨਾਂ ਤੋਂ ਵੀ ਮਹਾਰਾਜ ਕਹਿੰਦੇ ਘੁੰਮ ਵਾਰਨੇ ਜਾਣਾ ਚਾਹੀਦਾ ਹੈ। ਓਏ ਆਪ ਛੁੱਟੇ ਪਰਵਾਰ ਸਿਓ। ਐਸੇ ਗੁਰਮੁਖ ਪਿਆਰੇ ਆਪ ਤਾਂ ਛੁੱਟੇ ਹੀ ਭਵ ਸਾਗਰ ਤੋਂ। ਪਰਿਵਾਰ ਸਿਓ, ਆਪਣੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ, ਸਾਰੇ ਪਰਿਵਾਰ ਨੂੰ ਵੀ ਤਿਨਾਂ ਨੇ ਭਵ ਸਾਗਰ ਤੋਂ ਪਾਰ ਕਰਾ ਦੇਣਾ ਕੀਤਾ ਹੈ। ਜਮਾ ਤੋਂ ਛੁੱਟੀ ਕਰਵਾ ਲਈ, ਆਜ਼ਾਦ ਹੋ ਗਏ। 84 ਦੇ ਗੇੜੇ ਵਿੱਚ ਪੈਣੇ ਤੋਂ ਮਹਾਰਾਜ ਕਹਿੰਦੇ ਬਚ ਗਏ ਹਨ। ਸਭ ਜਗਤ ਛਡਾਇਆ। ਫਿਰ ਸਾਰੇ ਜਗਤ ਨੂੰ ਵੀ ਤਿਨਾਂ ਨੇ ਛਡਾ ਲੈਣਾ ਕੀਤਾ ਹੈ। ਐਸੀ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਬਖਸ਼ੀ ਹੈ। ਨਾਮ ਦੇ ਪ੍ਰਤਾਪ ਕਰਕੇ, ਸੇਵਾ ਸਿਮਰਨ ਦੇ ਪ੍ਰਤਾਪ ਕਰਕੇ ਐਸਾ ਬਲ ਵਾਹਿਗੁਰੂ ਨੇ ਤਿਨਾਂ ਨੂੰ ਦਿੱਤਾ ਹੈ। ਉਹ ਚਾਹਣ ਤਾਂ ਸਾਰੇ ਜਗਤ ਨੂੰ ਜਮਾਂ ਦੀ ਮਾਰ ਤੋਂ ਛਡਾ ਸਕਦੇ ਹਨ। ਜਿਵੇਂ ਸਾਧ ਸੰਗਤ ਜੀ, ਰਾਜਾ ਜਨਕ ਜੀ ਨੇ ਪਾਪੀਆਂ ਦਾ ਉਧਾਰ ਕਰਾ ਦਿੱਤਾ, ਸਾਰੇ ਨਰਕੇ ਸਾਧ ਸੰਗਤ ਜੀ ਖਾਲੀ ਕਰਵਾ ਦਿੱਤੇ ਸਨ। ਆਪਣੇ ਭਗਤੀ ਦੇ ਪ੍ਰਤਾਪ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਕੋਲ ਇੰਨਾ ਭਾਰੀ ਪ੍ਰਤਾਪ ਆ ਜਾਂਦਾ ਹੈ,
ਚਾਹਣ ਤਾਂ ਸਾਰੇ ਜਗਤ ਨੂੰ ਵੀ ਭਵ ਸਾਗਰ ਤੋਂ ਮੁਕਤ ਰੂਪ ਕਿਨਾਰੇ ਤੇ ਪਹੁੰਚਾ ਸਕਦੇ ਹਨ। ਗੁਰ ਪਿਆਰਾ ਹਰ ਸੇਵਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਪਿਆਰ ਦੇ ਨਾਲ ਸੇਵਿਆ ਹੈ। ਗੁਰ ਧੰਨ ਗੁਰ ਧੰਨੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਥਵਾ ਗੁਰ ਪਿਆਰਾ ਹਰ ਸੇਵਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨਾਲ ਮਿਲ ਕੇ ਪਰਮਾਤਮਾ ਦੀ ਸੇਵਾ ਕੀਤੀ। ਪਰਮਾਤਮਾ ਦੀ ਸੇਵਾ ਕੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਮਨ ਬੁੱਧ ਰੂਪੀ ਹੱਥਾਂ ਦੇ ਨਾਲ ਪਿਆਰ ਵਿੱਚ ਭੇਜ ਕੇ ਪ੍ਰੇਮ ਰੂਪੀ ਜਲ ਲੈ ਕੇ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਨੂੰ ਧੋਣਾ। ਇਹ ਮਹਾਰਾਜ ਕਹਿੰਦੇ ਪਰਮਾਤਮਾ ਦੀ ਸੇਵਾ ਹੈ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨਾਲ ਮਿਲ ਕੇ ਪਰਮਾਤਮਾ ਦੀ ਸੇਵਾ ਕੀਤੀ ਹੈ, ਗੁਰ ਧੰਨ ਗੁਰ ਧੰਨੋ। ਉਹਨਾਂ ਸਤਿਗੁਰੂ ਜੀ ਨੂੰ ਬਾਰ-ਬਾਰ ਧੰਨਤਾ ਜੋ ਕਹਿਣਾ ਚਾਹੀਦਾ ਹੈ। ਮਹਾਰਾਜ ਆਪ ਜੀ ਧੰਨ ਹੋ, ਸੱਚੇ ਪਾਤਸ਼ਾਹ ਜੀ ਆਪ ਜੀ ਧੰਨ ਹੋ। ਮਨ ਬਾਣੀ ਸਰੀਰ ਕਰਕੇ ਮਹਾਰਾਜ ਕਹਿੰਦੇ ਤਿੰਨਾਂ ਸਤਿਗੁਰਾਂ ਨੂੰ ਧੰਨ ਕਹਿਣਾ ਚਾਹੀਦਾ ਹੈ, ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਤੋਂ ਉਪਦੇਸ਼ ਦੀ ਦਾਤ ਲੈ ਕੇ ਵਾਹਿਗੁਰੂ ਜੀ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ। ਗੁਰ ਹਰ ਮਾਰਗ ਦੱਸਿਆ, ਜਿਨ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਿਆ ਹੈ। ਪ੍ਰੇਮਾ ਭਗਤੀ ਦਾ ਰਸਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸ ਦਿੱਤਾ ਹੈ। ਗੁਰ ਪੁੰਨ ਵੱਡ ਪੁੰਨੋ, ਮਹਾਰਾਜ ਕਹਿੰਦੇ ਐਸੇ ਸਤਿਗੁਰੂ ਜੀ ਪੁੰਨ ਵੱਡ ਪੁੰਨੋ, ਜਿਨ੍ਹਾਂ ਸਿੱਖਾਂ ਨੂੰ ਜੀਵਨ ਵਿੱਚ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਜਾਣੋ ਕਿ ਵੱਡੇ ਪੁੰਨ ਪਵਿੱਤਰ ਜੀਵਨ ਵਾਲੇ ਬਣ ਗਏ ਹੈ। ਵੱਡ ਪੁੰਨੋ, ਉਹਨਾਂ ਦੇ ਵੱਡੇ ਭਾਗ ਜਾਗੇ ਹੈ। ਜੀਵਨ ਦੇ ਵਿੱਚ ਤਿੰਨਾਂ ਦੇ ਪੁੰਨ ਪੂਰਬਲੇ ਚੰਗੇ ਕਰਮਾਂ ਦਾ ਫਲ ਤਿੰਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਗੁਰ ਪੁੰਨ ਵੱਡ ਪੁੰਨੋ, ਵੱਡੇ ਪੁੰਨਵਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਜੀਵਨ ਦੇ ਵਿੱਚ ਆਪਣੇ ਸਿੱਖ ਨੂੰ, ਭੁੱਲੇ ਹੋ ਸਿੱਖ ਨੂੰ ਸਹੀ ਮਾਰਗ ਦਿਖਾਉਣਾ ਕੀਤਾ। ਇਹ ਪੂਰੇ ਗੁਰੂ ਕੀ ਵਡਿਆਈ ਹੈ ਸੰਗਤ ਜੀ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। हे ਮੇਰੇ ਪਿਆਰੇ ਮਨਾ, ਤੈਨੂੰ ਮਹਾਰਾਜ ਸਾਹਿਬ ਜੀ ਨੇ ਸਿੱਧੇ ਰਸਤੇ ਤੇ ਪਾਇਆ, ਸਹੀ ਮਾਰਗ ਜੀਵਨ ਦੇ ਵਿੱਚ ਦਿਖਾਇਆ ਹੈ। ਤੂੰ ਕਿਉਂ ਬਾਰ-ਬਾਰ ਕੁਰਾਹੇ ਪੈ ਕੇ ਟੇਢੇ ਰਸਤਿਆਂ ਤੇ ਜਾ ਕੇ ਬਾਰ-ਬਾਰ ਠੋਕਰਾਂ ਖਾਂਦਾ ਰਹਿੰਦਾ ਹੈ? ਸਤਿਗੁਰੂ ਜੀ ਨੇ ਇਹ ਨਾਮ ਦਾ ਪ੍ਰੇਮਾ ਭਗਤੀ ਦਾ ਮਾਰਗ ਤੈਨੂੰ ਦਿਖਾਇਆ ਕਿ ਜੇ ਰੱਬ ਦੇ ਨਾਲ ਮਿਲਣਾ ਤੇ ਇਸ ਰਸਤੇ ਤੇ ਚੱਲ। ਐਵੇਂ ਹੋਰ ਕਦੇ ਕਿਸੇ ਤਰ੍ਹਾਂ ਦਾ ਰਸਤਾ ਧਾਰਨ ਕਰ ਲੈਂਦਾ, ਕਦੇ ਕਿਸੇ ਤਰ੍ਹਾਂ ਦਾ। ਮਹਾਰਾਜ ਕਹਿੰਦੇ ਸਤਿਗੁਰੂ ਜੀ ਨੂੰ ਪੁੰਨਵਾਨ ਕਹਿਣਾ ਚਾਹੀਦਾ ਹੈ। ਜੋ ਗੁਰਸਿੱਖ ਗੁਰ ਸੇਵਦੇ, ਹੇ ਜੀਵਾ, ਜਿਹੜੇ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ, ਸੇ ਪੁੰਨ ਪ੍ਰਾਣੀ। ਪੁੰਨ ਨਾਮ ਪਵਿੱਤਰ ਦਾ ਵੀ ਹੈ। ਉਹ ਪ੍ਰਾਣਾ ਧਾਰੇ ਜੀ, ਪਵਿੱਤਰ ਜੀਵਨ ਵਾਲੇ, ਪਵਿੱਤਰ ਹਿਰਦੇ ਵਾਲੇ ਹਨ। ਸੇ ਪੁੰਨ ਪ੍ਰਾਣੇ, ਅਥਵਾ ਉਹ ਜਾਣੋ ਕਿ ਉਹ ਪ੍ਰਾਣਾ ਧਾਰੀ ਜੀਵ ਪੂਰਬਲੇ ਪੁੰਨ ਕਰਮਾਂ ਕਰਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ। ਜਨ ਨਾਨਕ ਤਿਨ ਕੋ ਵਾਰਿਆ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਤਿਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਸਦਾ ਸਦਾ ਕੁਰਬਾਨੀ, ਸਦਾ ਸਦਾ ਸਾਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੁਰਬਾਨ ਜਾਣਾ ਚਾਹੀਦਾ ਹੈ। ਜੋ ਗੁਰਸਿੱਖ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦੇ ਹਨ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਕੀ ਸੇਵਾ ਕਰਦੇ ਆ, ਜਿਹੜੀ ਸੇਵਾ ਕਰਕੇ ਸਾਰੀਆਂ ਦਾਤਾਂ ਮਿਲ ਜਾਂਦੀਆਂ। ਮਹਾਰਾਜ ਸਾਹਿਬ ਜੀ ਦੇ ਮੁਖ ਵਾਕ ਹਨ ਗੁਰਬਾਣੀ ਅੰਦਰ, ਜਿਨ੍ਹਾਂ ਨੇ ਪਿਆਰ ਵਿੱਚ ਭੇਜ ਕੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਨਾ, ਤਿਨਾਂ ਨੂੰ ਮਨ ਨਿਸ਼ਚਿਤ ਫਲਾਂ ਦੀ ਪ੍ਰਾਪਤੀ ਹੋ ਗਈ ਹੈ। ਜੋ ਜੋ ਮਨ ਵਿੱਚ ਭਾਵਨਾ ਬਣਾ ਕੇ ਇੱਛਾ ਧਾਰਨ ਕਰਕੇ ਗੁਰੂ ਕੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਤਾਂ ਭਾਵੇਂ ਬੜੀ ਦੁੱਤਰ ਹੈ, ਬਹੁਤ ਕਠਿਨ ਹੈ ਮਹਾਰਾਜ ਜੀ ਦੀ ਸੇਵਾ ਕਰਨੀ, ਪਰ ਜਿਨ੍ਹਾਂ ਨੇ ਕੀਤੀ ਹੈ, ਜਾਂ ਕਹਿ ਲਈਏ ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਸੇਵਾ ਕਰਵਾਈ ਹੈ, ਮਹਾਰਾਜ ਕਹਿੰਦੇ ਕਿਹੜੀ ਦਾਤ ਉਹਨਾਂ ਨੂੰ ਜਿਹੜੀ ਜੀਵਨ ਵਿੱਚ ਨਾ ਮਿਲੀ ਹੋਵੇ। ਲੋਕ ਪਰਲੋਕ ਦੇ ਸੁਖ ਵਾਹਿਗੁਰੂ ਨੇ ਤਿਨਾਂ ਦੀ ਝੋਲੀ ਵਿੱਚ ਪਾਏ ਹੈ। ਪਾਰ ਬ੍ਰਹਮ ਪੁਰਖ ਦਾ ਦਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭੇ ਤੇ। ਕਿਹੜੀ ਦਾਤ ਮਹਾਰਾਜ ਕਹਿੰਦੇ ਜਿਹੜੀ ਨਹੀਂ ਲੱਭਦੀ ਗੁਰੂ ਕੀ ਸੇਵਾ ਕਰਕੇ। ਕੋਈ ਸੇਵਾ ਕਰਕੇ ਦੇਖੇ ਤਾਂ ਸਹੀ, ਸੇਵਾਦਾਰ ਬਣ ਕੇ ਦੇਖੇ ਤਾਂ ਸਹੀ, ਨਿਰਹੰਕਾਰ ਹੋ ਕੇ ਜੀਵਨ ਨਿਰਵਾਹ ਕਰੇ, ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰੇ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਦਾਤਾਂ ਗਰੀਬ ਨਵਾਜ ਸਤਿਗੁਰੂ ਜੀ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੰਜਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਫਲਾਂ ਦੇ ਸਹਿਤ ਹੈ। ਤੋ ਜੋ ਗੁਰਸਿੱਖ ਭਾਵਨਾ ਦੇ ਨਾਲ ਸੇਵਾ ਕਰਦੇ, ਮਹਾਰਾਜ ਕਹਿੰਦੇ ਉਹਨਾਂ ਤੋਂ ਸਾਨੂੰ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਣਾ ਚਾਹੀਦਾ ਹੈ। ਗੁਰਮੁਖ ਸਖੀ ਸਹੇਲੀਆਂ, ਜਿਹੜੀਆਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਸਹੇਲੀਆਂ ਹਨ। ਸਖੀਆਂ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ। ਤੋ ਸਹੇਲੀਆਂ ਜਿਨ੍ਹਾਂ ਨੂੰ ਸ਼ਰਧਾ ਪ੍ਰਮਾਤਮਾ ਨੇ ਬਖਸ਼ੀ ਹੈ, ਐਸੀਆਂ ਸ਼ਰਧਾ ਵਾਲੀਆਂ ਔਰ ਭਗਤੀ ਨੂੰ ਜੀਵਨ ਵਿੱਚ ਧਾਰਨ ਕਰਨ ਵਾਲੀਆਂ ਜੋ ਸਹੇਲੜੀਆਂ ਹਨ, ਸੇ ਆਪ ਹਰ ਭਾਈਆ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪ ਹੀ ਭਾਈਆਂ ਹਨ, ਭਾ ਗਈਆਂ ਨੇ। ਇਹਨਾਂ ਦੇ ਹਿਰਦੇ ਦਾ ਪਿਆਰ ਪਰਮੇਸ਼ਰ ਨੂੰ ਭਾ ਗਿਆ ਹੈ, ਕਿਉਂਕਿ ਸ਼ਰਧਾ ਹੀ ਭਗਤੀ ਦੀ ਜੜ ਹੈ। ਜੇ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ ਨਾ ਹੋਵੇ, ਪ੍ਰਮਾਤਮਾ ਦੀ ਭਗਤੀ ਕਰਕੇ ਵੀ ਪੂਰਾ ਲਾਭ ਨਹੀਂ ਕਦੇ ਲੈ ਸਕਦਾ। ਜੇ ਕਿਤੇ ਨਾ ਕਿਤੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਤਾਂ ਵੀ ਸਾਧ ਸੰਗਤ ਜੀ ਹਿਰਦਾ ਨਿਰਮਲ ਨਹੀਂ ਹੁੰਦਾ। ਸਹਿ ਸਹਿ ਜੀਉ ਮਲੀਨ ਹੈ, ਮਨ ਸ਼ੰਕਿਆਂ ਦੀ ਸਹਿਤ ਹੋਣੇ ਕਰਕੇ ਕਦੇ ਉਜਰ ਨਹੀਂ ਹੋ ਸਕਦਾ। ਇਸ ਕਰਕੇ ਸ਼ਰਧਾ, ਜੀਵ ਦੇ ਹਿਰਦੇ ਅੰਦਰ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ। ਸ਼ਰਧਾ ਰੂਪੀ ਜੜ ਹੋਵੇਗੀ ਤਾਂ ਹੀ ਸਾਧ ਸੰਗਤ ਜੀ ਧਰਮ ਰੂਪੀ ਰੁੱਖ ਫਲ ਸਕਦਾ ਹੈ। ਉਹਦੇ ਤੋਂ ਸ਼ਾਂਤੀ ਰੂਪੀ ਛਾਂ ਮਿਲੇਗੀ, ਫਿਰ ਸਾਧ ਸੰਗਤ ਜੀ ਸ਼ੁਭ ਗੁਣਾ ਰੂਪੀ ਫੁੱਲ ਪ੍ਰਾਪਤ ਹੋਣਗੇ। ਉਹਨਾਂ ਤੋਂ ਭਗਤੀ ਦੀ ਮਹਿਕ ਮਿਲੇਗੀ, ਫਿਰ ਗਿਆਨ ਰੂਪੀ ਫਲ ਤਾਂ ਮਿਲੇਗਾ ਜੇ ਮੁੱਢ ਦੇ ਉੱਪਰ ਸ਼ਰਧਾ ਰੂਪੀ ਜੜ ਹੋਵੇਗੀ। ਜੜ ਨਾ ਹੋਵੇ ਤੇ ਸਾਧ ਸੰਗਤ ਜੀ ਰੁੱਖ ਨਾ ਉਹਦੇ ਤੋਂ ਕੋਈ ਛਾਂ ਪ੍ਰਾਪਤ ਕਰ ਸਕਦਾ, ਨਾ ਫੁੱਲ ਨਾ ਫਲ, ਕੁਝ ਵੀ ਨਹੀਂ ਮਿਲਦਾ ਜਿਸ ਰੁੱਖ ਦੀ ਜੜ ਨਾ ਹੋਵੇ। ਔਰ ਇਸ ਕਰਕੇ ਜਿਸ ਨੇ ਧਰਮ ਰੂਪੀ ਰੁਖੜਾ ਪ੍ਰਾਪਤ ਕਰਨਾ ਹੈ, ਉਹਦੇ ਹਿਰਦੇ ਅੰਦਰ ਸ਼ਰਧਾ ਦੀ ਜੜ ਹੋਣੀ ਬਹੁਤ ਜ਼ਰੂਰੀ ਹੈ। ਤੋ ਜਿਹੜੀਆਂ ਮਹਾਰਾਜ ਕਹਿੰਦੇ ਗੁਰਮੁਖਾਂ ਮਹਾਤਮਾ ਰੂਪ ਸਖੀਆਂ, ਜਿਨ੍ਹਾਂ ਦੇ ਹਿਰਦੇ ਅੰਦਰ ਸ਼ਰਧਾ ਰੂਪੀ ਜੜ ਹੈ, ਭਗਤੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਦਾਤ ਬਖਸ਼ੀ ਹੈ, ਪਰਮੇਸ਼ਰ ਨੂੰ ਆਪ ਵੀ ਭਾ ਗਈਆਂ ਨੇ। ਉਹਨਾਂ ਦੇ ਹਿਰਦੇ ਦਾ ਪਿਆਰ ਵਾਹਿਗੁਰੂ ਜੀ ਨੂੰ ਭਾਇਆ ਹੈ। ਹਰ ਦਰਗਹਿ ਪੈ ਨਾਈਆ, ਪਰਮਾਤਮਾ ਨੇ ਸਨਮਾਨ ਰੂਪੀ ਸਿਰੋਂ ਪਾਓ ਦਰਗਾਹ ਦੇ ਵਿੱਚ ਤਿਨਾਂ ਨੂੰ ਪਹਿਨਾਇਆ ਹੈ। ਰੱਬ ਦੇ ਘਰ ਦੇ ਵਿੱਚ ਉਹਨਾਂ ਨੂੰ ਓਏ ਕਰਕੇ ਨਹੀਂ ਕੋਈ ਬੁਲਾਉਂਦਾ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ, ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਹਰ ਆਪ ਗੱਲ ਲਾਈਆ, ਫਿਰ ਮਹਾਰਾਜ ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਹਿਲਾਂ ਉਹਨਾਂ ਨੂੰ ਸਨਮਾਨ ਰੂਪੀ ਸਿਰੋਂ ਪਾਉ ਪਾਇਆ, ਫਿਰ ਆਪ ਘੁੱਟ ਕੇ ਆਪਣੇ ਗਲ ਦੇ ਨਾਲ ਲਗਾਇਆ। ਆਪਣੇ ਅਪੇਰ ਨਿਸ਼ਚੇ ਕੰਠ ਦੇ ਨਾਲ ਪਰਮੇਸ਼ਰ ਨੇ ਲਗਾਉਣਾ ਕੀਤਾ ਹੈ। ਜੋ ਗੁਰਮੁਖ ਨਾਮ ਧਿਆਏ ਦੇ, हे ਗੁਰਸਿੱਖੋ, ਜਿਹੜੇ ਗੁਰਮੁਖ ਪਿਆਰੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੇ ਸਨਮੁਖ ਰਹਿੰਦੇ ਆ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਹਨ, ਤਿਨ ਦਰਸ਼ਨ ਦੀਜੈ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੈ ਪ੍ਰਮਾਤਮਾ ਤਿਨ ਦਰਸ਼ਨ ਦੀਜੈ। ਮਹਾਰਾਜ ਤਿਨਾਂ ਦੀ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। हे ਗਰੀਬ ਨਵਾਜ, ਜੋ ਗੁਰਮੁਖ ਪਿਆਰੇ ਮਨ ਬਾਣੀ ਸਰੀਰ ਕਰਕੇ ਆਪ ਜੀ ਦਾ ਨਾਮ ਜਪਦੇ ਹਨ, ਤਿਨ ਕੇ ਚਰਨ ਪਖਾਲ ਦੇ। ਮਹਾਰਾਜ ਪਿਆਰ ਵਿੱਚ ਭੇਜ ਕੇ ਉਹਨਾਂ ਆਪ ਦੇ ਪਿਆਰੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੋਣ ਦੀ ਸੇਵਾ ਕਰਾਂਗੇ। ਧੂੜ ਘੋਲ ਘੋਲ ਪੀਜੈ, ਉਹਨਾਂ ਦੇ ਚਰਨਾਂ ਦੀ ਧੂੜੀ ਮਹਾਰਾਜ ਪ੍ਰੇਮ ਰੂਪੀ ਜਲ ਦੇ ਵਿੱਚ ਘੋਲ ਘੋਲ ਕਰਕੇ ਪੀਣਾ ਕਰਾਂਗੇ। हे ਗਰੀਬ ਨਵਾਜ, ਐਸੀ ਨਿਮਰਤਾ, ਐਨੀ ਗਰੀਬੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਤਿਨਾਂ ਦੀ ਸੇਵਾ ਕਰਾਂਗੇ ਜੋ ਆਪ ਜੀ ਦਾ ਨਾਮ ਜਪਦੇ ਆ। ਮਹਾਰਾਜ ਆਪਣੇ ਪਿਆਰਿਆਂ ਦੀ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਨਾਮ ਜਪਣ ਵਾਲਿਆਂ ਦੇ ਦਰਸ਼ਨਾਂ ਦੀ ਦਾਤ ਵੀ ਕਿਤੇ ਮਿਲ ਜਾਵੇ। ਸੰਗਤ ਜੀ, ਪਤਾ ਨਹੀਂ ਕਿੰਨੇ ਕੁ ਪਾਪ ਕਰਮ ਜ਼ਿੰਦਗੀ ਵਿੱਚ ਝੜ ਜਾਂਦੇ ਆ, ਪਤਾ ਨਹੀਂ ਕਿੰਨੇ ਕੁ ਪਾਪ ਕਰਮ ਜੀਵਨ ਦੇ ਮਨੁੱਖ ਦੇ ਦੂਰ ਹੋ ਜਾਂਦੇ ਆ, ਜੇ ਨਾਮ ਜਪਣ ਵਾਲਿਆਂ ਦੇ ਦਰਸ਼ਨ ਮਾਤਰ ਜੀਵਨ ਦੇ ਵਿੱਚ ਮਿਲ ਜਾਣਾ ਕਰਨਾ। ਪਾਨ ਸੁਪਾਰੀ ਖਾਤੀਆ, ਤੇ ਜਿਹੜੀਆਂ ਮਨਮੁਖ ਜੀਵ ਰੂਪ ਸਖੀਆਂ ਹਨ,
ਕਦੇ ਪਾਨਾਂ ਦੇ ਬੀੜੇ ਲਾਉਂਦੀਆਂ ਨੇ, ਸੁਪਾਰੀਆਂ ਖਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਹੈ ਜਿਹੜੀਆਂ ਮਨਮੁਖ ਜੀਵ ਰੂਪ ਇਸਤਰੀਆਂ ਹਨ। ਮੁਖ ਬੀੜੀਆ ਲਾਈਆ। ਫਿਰ ਮੁਖ ਦੇ ਵਿੱਚ ਬੀੜੀਆਂ ਭਾਵ ਜਗਤ ਜੂਦ ਜਿਹੜੀ ਤਮਾਕੂ ਹੈ, ਤਮਾਕੂ ਦਾ ਸੇਵਨ ਕਰਦੀਆਂ ਨੇ, ਮੁਖ ਦੇ ਵਿੱਚ ਬੀੜੀਆਂ ਲਾਉਂਦੀਆਂ ਹਨ। ਹਰ ਹਰ ਕਦੇ ਨ ਚੇਤਿਓ। ਪਰ ਐਸੇ ਮਨਮੁਖ ਜੀਵ ਰੂਪ ਸਖੀਆਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਦੇ ਚੇਤੇ ਨਹੀਂ ਕੀਤਾ। ਜਮ ਪਕੜ ਚਲਾਈਆ। ਫਿਰ ਉਹਨਾਂ ਨੂੰ ਪਰਲੋਕ ਰਸਤੇ ਮਹਾਰਾਜ ਕਹਿੰਦੇ ਜਮਾਂ ਨੇ ਪਕੜ ਕਰਕੇ ਨਰਕਾਂ ਦੇ ਰਸਤੇ ਵੱਲ ਚਲਾਉਣਾ ਕੀਤਾ। ਜਮ ਕੁੱਟਦੇ ਹੋਏ ਸਜ਼ਾਵਾਂ ਦਿੰਦੇ ਹੋ ਲੈ ਕੇ ਜਾਂਦੇ ਐ ਜਿਹੜੇ ਜੀਵ ਰੱਬ ਦਾ ਨਾਮ ਨਹੀਂ ਜਪਦੇ, ਸੰਸਾਰ ਦੇ ਵਿੱਚ ਪਤਿਤ ਪੁਣੇ ਵਿੱਚ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣਾ ਜੀਵਨ ਬਰਬਾਦ ਕਰੀ ਜਾਂਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਮ ਪਕੜ ਚਲਾਈਆ। ਰੱਬ ਨੂੰ ਨਹੀਂ ਕਦੇ ਵੀ ਚੇਤੇ ਕੀਤਾ, ਪਰਮੇਸ਼ਰ ਦੇ ਨਾਮ ਦਾ ਨਸ਼ਾ ਨਹੀਂ ਕਦੇ ਜੀਵਨ ਵਿੱਚ ਧਾਰਨ ਕੀਤਾ, ਦੁਨੀਆ ਦੇ ਨਸ਼ੇ ਹੀ ਕਰਦੇ ਰਹੇ ਐ। ਫਿਰ ਉਹਨਾਂ ਨੂੰ ਜਮ ਫੜ ਕਰਕੇ ਪਰਲੋਕ ਰਸਤੇ ਕੁੱਟਦੇ ਹੋ ਲੈ ਕੇ ਜਾਂਦੇ ਹਨ। ਜਿਨ ਹਰ ਨਾਮਾ ਹਰ ਚੇਤਿਆ। ਜਿਨ੍ਹਾਂ ਵਡਭਾਗੇ ਗੁਰਮੁਖਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕੀਤਾ ਹੈ। ਹਿਰਦੈ ਔਰ ਧਾਰੇ। ਹਿਰਦੇ ਵਿੱਚ ਵੀ ਪਰਮੇਸ਼ਰ ਨੂੰ ਹੀ ਧਾਰਨ ਕਰਕੇ ਰੱਖਿਆ, ਭਾਵ ਤਨ ਵਿੱਚ ਵੀ ਪਰਮੇਸ਼ਰ ਦਾ ਨਾਮ, ਰਸਨਾ ਤੋਂ ਵੀ ਵਾਹਿਗੁਰੂ ਦਾ ਨਾਮ ਜਪਦੇ। ਹਿਰਦੇ ਅੰਦਰ ਵੀ ਉਹਨਾਂ ਦੇ ਸਵਾਸ ਗਰਾਸ ਪਰਮੇਸ਼ਰ ਦਾ ਹੀ ਸਿਮਰਨ ਹੁੰਦਾ ਹੈ। ਤਿੰਨ ਜਮ ਨੇੜ ਨ ਆਵਈ। ਸਤਿਗੁਰੂ ਜੀ ਕਹਿੰਦੇ ਜਮ ਉਹਨਾਂ ਦੇ ਨੇੜੇ ਨਹੀਂ ਕਦੇ ਵੀ ਆਉਂਦੇ ਜੋ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦਾ ਨਾਮ ਚੇਤੇ ਕਰਦੇ ਹਨ। ਗੁਰ ਸਿੱਖ ਗੁਰ ਪਿਆਰੇ। ਐਸੇ ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਹਨ, ਮਹਾਰਾਜ ਕਹਿੰਦੇ ਤਿੰਨ ਜਮ ਨੇੜ ਨਾ ਆਵਈ। ਜਮ ਭੁੱਲ ਕੇ ਵੀ ਕਦੇ ਉਹਨਾਂ ਦੇ ਨੇੜੇ ਨਹੀਂ ਜਾਣਾ ਕਰਦੇ, ਕਿਉਂਕਿ ਵਾਹਿਗੁਰੂ ਨੇ ਪ੍ਰਤਾਪ ਹੀ ਐਸਾ ਉਹਨਾਂ ਨੂੰ ਨਾਮ ਦਾ ਪ੍ਰਤਾਪ ਬਖਸ਼ਿਸ਼ ਕੀਤਾ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰਹਿ, ਪ੍ਰਗਟ ਪ੍ਰਤਾਪ ਤੁਮਹਾਰਾ। ਹੇ ਪ੍ਰਮਾਤਮਾ, ਤੁਹਾਡੇ ਨਾਮ ਦਾ ਇੰਨਾ ਵੱਡਾ ਪ੍ਰਤਾਪ ਹੈ ਸੱਚੇ ਪਾਤਸ਼ਾਹ ਜੀ। ਜੋ ਪਿਆਰ ਵਾਲੇ ਗੁਰਸਿੱਖ ਨਾਮ ਜਪਦੇ ਆ ਨਾ ਤਾਂ ਪ੍ਰਤੱਖ ਵਿਕਾਰਾਂ ਰੂਪੀ ਦੂਤ, ਨਾ ਔਗਣਾ ਰੂਪੀ ਪਾਪ ਕਰਮਾਂ ਰੂਪੀ ਦੁਸ਼ਮਣ ਮਹਾਰਾਜ ਕਹਿੰਦੇ ਉਹਨਾਂ ਨੂੰ ਪੋਹ ਸਕਦੇ ਐ। ਜਮ ਵੀ ਕਦੇ ਉਹਨਾਂ ਨੂੰ ਪਕੜ ਨਹੀਂ ਸਕਦੇ। ਮਹਾਰਾਜ ਜੋ ਆਪ ਜੀ ਦਾ ਨਾਮ ਜਪਦੇ ਐ, ਪਿਆਰ ਵਾਲੇ ਗੁਰਸਿੱਖ ਰੱਬ ਨੂੰ ਚੇਤੇ ਕਰਦੇ ਹਨ। ਹਰ ਕਾ ਨਾਮ ਨਿਧਾਨ ਹੈ। ਹੇ ਗੁਰਸਿੱਖੋ, ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਵੀ ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ। ਰਿੱਧੀਆਂ ਸਿੱਧੀਆਂ ਕਰਾਮਾਤਾਂ ਸਭ ਦੁਨੀਆ ਭਰ ਦੀਆਂ ਸ਼ਕਤੀਆਂ ਵਾਹਿਗੁਰੂ ਜੀ ਦੇ ਨਾਮ ਦੇ ਅਧੀਨ ਹਨ। ਕੋਈ ਗੁਰਮੁਖ ਜਾਣੈ, ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਇਸ ਤੱਤ ਨੂੰ ਜਾਣਦਾ ਹੈ। ਨਹੀਂ ਤਾਂ ਕੋਈ ਰਿੱਧੀਆਂ, ਕੋਈ ਸਿੱਧੀਆਂ, ਕੋਈ ਕਰਾਮਾਤਾਂ, ਕੋਈ ਸੰਸਾਰ ਦੇ ਅੰਦਰ ਇਹਨਾਂ ਸ਼ਕਤੀਆਂ ਨੂੰ ਪਾਉਣ ਦੇ ਵੱਲ ਹੀ ਲੱਗੇ ਰਹਿੰਦੇ ਹਨ। ਕੋਈ ਕਿਸੇ ਤਰ੍ਹਾਂ ਦਾ ਟੋਣਾ ਟਾਮਣ, ਕੋਈ ਜੰਤਰ ਮੰਤਰੇ ਸਿੱਧ ਕਰਨ ਵਿੱਚ ਲੱਗੇ ਰਹਿੰਦੇ ਐ। ਪਰ ਜੋ ਗੁਰਸਿੱਖ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ, ਨਵ ਨਿਧੇ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਕਰਾਮਾਤਾਂ ਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ, ਸਾਨੂੰ ਧਾਰਨ ਕਰ ਲਓ, ਪਰ ਗੁਰਮੁਖ ਪਿਆਰੇ ਇਹਨਾਂ ਨੂੰ ਧਾਰਨ ਨਹੀਂ ਕਰਦੇ। ਵਾਹਿਗੁਰੂ ਦੇ ਨਾਮ ਨੂੰ ਸਭ ਤੋਂ ਉੱਚਾ ਤੇ ਪਰਮ ਜਾਣ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਪਿਆਰ ਕਰਦੇ ਹਨ। ਨਾਨਕ ਜਿਨ ਸਤਿਗੁਰ ਭੇਟਿਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਸਿੱਖਾਂ ਨੇ ਪੂਰੇ ਸਤਿਗੁਰੂ ਜੀ ਨਾਲ ਮਿਲਣਾ ਕੀਤਾ ਹੈ, ਰੰਗ ਰਲੀਆਂ ਮਾਣੈ। ਐਸੀਆਂ ਉਹ ਮਹਾਤਮਾ ਰੂਪ ਜੋ ਸਖੀਆਂ ਹਨ, ਵਡਭਾਗੀਆਂ ਜੀਵ ਰੂਪ ਸਖੀਆਂ, ਰੰਗ ਰਲੀਆਂ ਮਾਣੈ। ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹੀ ਦੇ ਰੰਗ ਪਿਆਰ ਵਿੱਚ ਭੇਜ ਕਰਕੇ ਮਹਾਰਾਜ ਸਾਹਿਬ ਜੀ ਦੇ ਸਰੂਪ ਦਾ ਆਨੰਦ ਮਾਣਦੀਆਂ ਮਹਾਤਮਾ ਰੂਪ ਸਖੀਆਂ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਸਤਿਗੁਰ ਦਾਤਾ ਆਖੀਐ। ਹੇ ਗੁਰਸਿੱਖੋ, ਪੂਰੇ ਸਤਿਗੁਰੂ ਜੀ ਨੂੰ ਸਭ ਤੋਂ ਸ਼੍ਰੋਮਣੀ ਦਾਤਾ ਕਹੀਦਾ ਹੈ। ਉਸ ਕਰੇ ਪਸਾਓ।
क्योंकि महाराज साहिब जी जिन्हां ते तुस प्रसन्न हो जाते हैं ना, उन्हां दे हिरदे अंदर शुभ गुणां दा पसारा कर देंदे है, उत्पन्न कर देंदे, शुभ गुण बख्शिश कर देंदे हन। तुस करे पसाओ ਜਾਂ ਜਿਹੜੇ ਵੀ ਜਿਸ ਜੀਵ ਦੇ ਮਨ ਦੇ ਅੰਦਰ ਦਾਤ ਲੈਣ ਦੀ ਚਾਹਤ ਹੋਵੇ ਉਹੋ ਹੀ ਉਹਦੇ ਜੀਵਨ ਦੇ ਅੰਦਰ ਬਖਸ਼ਿਸ਼ ਕਰ ਦਿੰਦੇ ਆ। ਤੁਸ ਕਰੇ ਪਸਾਓ, ਤੁਸ ਨਾਮ ਪ੍ਰਸੰਨ ਹੋਣੇ ਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਬਾਦਸ਼ਾਹੀਆਂ ਜੀਵਨ ਦੀ ਝੋਲੀ ਵਿੱਚ ਪੈ ਜਾਂਦੀਆਂ ਉਸ ਜੀਵ ਦੇ ਜਿਸ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰ ਦਿੰਦੇ, ਅੰਮ੍ਰਿਤਮਈ ਦ੍ਰਿਸ਼ਟੀ ਪਾ ਜਾਂਦੇ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਖੁਸ਼ੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ। ਜਿਨ੍ਹਾਂ ਤੇ ਮਹਾਰਾਜ ਤਰੁੱਠ ਜਾਂਦੇ ਐ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਗਿਆਨ ਦੀ ਦਾਤ, ਨਾਮ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਅੰਮ੍ਰਿਤ ਦੀ ਦਾਤ, ਸਤ ਸੰਗਤ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਜੋ ਵੀ ਦਾਤ ਲੈਣੀ ਚਾਹੇ ਸੱਚੇ ਪਾਤਸ਼ਾਹ ਦੀ ਝੋਲੀ ਵਿੱਚ ਉਹ ਦਾਤ ਪਾ ਦਿੰਦੇ ਹਨ। ਆ ਗੁਰ ਬਿਟੋ ਸਦ ਵਾਰਿਆ। ਮਹਾਰਾਜ ਕਹਿੰਦੇ ਅਸੀਂ ਪੂਰੇ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਹਾਂ, ਸਦਾ ਹੀ ਮਹਾਰਾਜ ਕਹਿੰਦੇ ਅਸੀਂ ਵਾਰਨੇ ਜਾਂਦੇ ਹਾਂ। ਜਿਨ ਦਿੱਤੜਾ ਨਾਓ, ਜਿਨ੍ਹਾਂ ਸਤਿਗੁਰੂ ਜੀ ਨੇ ਸਾਨੂੰ ਜੀਵਨ ਦੇ ਅੰਦਰ ਨਾਮ ਦੀ ਦਾਤ ਦਿੱਤੀ ਹੈ, ਨਾਮ ਦਾ ਦਾਨ ਸਾਡੀ ਸ਼ਰਧਾ ਦੀ ਝੋਲੀ ਵਿੱਚ ਪਾ ਦਿੱਤਾ ਹੈ, ਉਹਨਾਂ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਸੋ ਧੰਨ ਗੁਰੂ ਸਾਬਾਸ ਹੈ। हे ਗੁਰਸਿੱਖੋ, ਉਹ ਪੂਰੇ ਸਤਿਗੁਰੂ ਜੀ ਧੰਨਤਾ ਯੋਗ ਹਨ। ਮਹਾਰਾਜ ਸਾਹਿਬ ਜੀ ਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ। ਹਰ ਦੇ ਸਨੇਹਾ, ਜਿਹੜੇ ਸਤਿਗੁਰੂ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਾਪਤੀ ਦਾ ਸਾਨੂੰ ਸੰਦੇਸ਼ਾ ਦਿੰਦੇ ਹੈ, ਆਪਣੇ ਉਪਦੇਸ਼ ਦੁਆਰਾ, ਪਰਮ ਬਚਨਾਂ ਦੁਆਰਾ ਮਹਾਰਾਜ ਰੱਬ ਦੀ ਪ੍ਰਾਪਤੀ ਦਾ ਸਾਨੂੰ ਸੰਦੇਸ਼ਾ ਦਿੰਦੇ ਆ ਨਾ, ਸਾਡੇ ਤਾਈਂ ਸੁਨੇਹਾ ਪਹੁੰਚਾਉਂਦੇ ਆ। ਹੇ ਜੀਵਾ, ਇਹੋ ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰ, ਅਵਗੁਣਾਂ ਨੂੰ ਛੱਡ, ਇਸ ਮਾਰਗ ਤੇ ਚੱਲ, ਤਾਂ ਤੈਨੂੰ ਪ੍ਰਮਾਤਮਾ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਨਾਂ ਸਤਿਗੁਰੂ ਜੀ ਨੂੰ ਧੰਨਤਾ ਯੋਗ ਕਹਿਣਾ ਚਾਹੀਦਾ ਹੈ। ਆ ਵੇਖ ਵੇਖ ਗੁਰੂ ਵਿਕਸਿਆ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਰ-ਬਾਰ ਦੇਖ-ਦੇਖ ਕਰਕੇ ਪ੍ਰਸੰਨ ਹੁੰਦੇ ਹਾਂ। ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਵੀ ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰ ਕਰਕੇ ਪ੍ਰਸੰਨ ਹੁੰਦੇ ਹਾਂ। ਗੁਰ ਸਤਿਗੁਰ ਦੇਹਾ, ਕਿਉਂਕਿ ਗਰੀਬ ਨਵਾਜ ਸਤਿਗੁਰੂ ਜੀ ਸਭ ਦਾਤਾਂ ਦੇਣ ਵਾਲੇ ਹਨ। ਸਾਰੀਆਂ ਦਾਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਹੱਥਾਂ ਵਿੱਚ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨ। ਸਭ ਦਾਤਾ, ਸਭ ਸ਼ਕਤੀਆਂ ਜਿਨ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਦੇ ਅਧੀਨ ਰਹਿੰਦੀਆਂ ਨੇ, ਮਹਾਰਾਜ ਕਹਿੰਦੇ ਉਹਨਾਂ ਗਰੀਬ ਨਵਾਜ ਸਤਿਗੁਰੂ ਜੀ ਦਾ ਦੀਦਾਰ ਦੇਖ ਦੇਖ ਕਰਕੇ ਅਸੀਂ ਪ੍ਰਸੰਨ ਹੁੰਦੇ ਹਾਂ। ਜੋ ਸਭ ਦਾਤਾਂ ਦੇਣੇ ਦੇ ਮਹਾਰਾਜ ਸਮਰੱਥ ਹਨ। ਗੁਰ ਰਸਨਾ ਅੰਮ੍ਰਿਤ ਬੋਲਦੀ, ਸਤਿਗੁਰੂ ਜੀ ਦੀ ਜਿਹੜੀ ਪਾਕ ਰਸਨਾ ਹੈ ਸਦਾ ਹੀ ਨਾਮ ਅੰਮ੍ਰਿਤ ਬੋਲਦੀ ਹੈ। ਆਤਮਿਕ ਰਸ ਦੇਣ ਵਾਲੀ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਉਚਾਰਦੀ ਹੈ। ਹਰ ਨਾਮ ਸੁਹਾਵੀ, ਅਤੇ ਹਰ ਸਮੇਂ ਸੋਭਨੀਕ ਹੋ ਕਰਕੇ ਰਹਿੰਦੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਵਿੱਚ ਲੱਗੀ ਰਹਿੰਦੀ ਹੈ। ਤੇ ਜਿਹੜਾ ਗੁਰਸਿੱਖ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ, ਨਾਮ ਜਪਦਾ ਹੈ, ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਜੀਵਨ ਦੇ ਵਿੱਚ ਕਮਾ ਲੈਂਦਾ, ਮਹਾਰਾਜ ਕਹਿੰਦੇ ਉਹਦੀ ਰਸਨਾ ਵੀ ਸੁਭਾਵੀ ਹੋ ਜਾਂਦੀ ਹੈ, ਸਫਲੀ ਹੋ ਜਾਂਦੀ ਹੈ। ਜਿਨ ਸੁਣ ਸਿੱਖਾ ਗੁਰ ਮੰਨਿਆ, ਜਿਨ੍ਹਾਂ ਸਿੱਖਾਂ ਨੇ ਗੁਰੂ ਕੀ ਸਿੱਖਿਆ ਨੂੰ ਸੁਣ ਕਰਕੇ ਮੰਨਿਆ ਹੈ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਹਿਲਾਂ ਸੁਣਿਆ, ਫਿਰ ਸੁਣ ਕਰਕੇ ਮੰਨਣ ਕੀਤਾ। ਹਾਂ, ਜੋ ਮੇਰੇ ਗੁਰੂ ਦੇਵ ਨੇ ਬਚਨ ਕੀਤਾ ਹੈ ਇਹ ਤਿੰਨਾਂ ਕਾਲਾਂ ਵਿੱਚ ਸੱਚ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਐਸਾ ਨਿਸ਼ਚਾ ਜਿਨ੍ਹਾਂ ਗੁਰਮੁਖਾਂ ਨੇ ਧਾਰਨ ਕੀਤਾ, ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨਿਆ ਹੈ। ਨਾ ਭੁੱਖ ਸਭ ਜਾਵੀ, ਮਹਾਰਾਜ ਕਹਿੰਦੇ ਗੁਰਸਿੱਖੋ ਤਿਨਾਂ ਦੀਆਂ ਸਭ ਭੁੱਖਾਂ ਚਲੀਆਂ ਗਈਆਂ ਨੇ। ਕਿਸੇ ਪ੍ਰਕਾਰ ਦੀ ਤ੍ਰਿਸ਼ਨਾ
ਉਹਨਾਂ ਦੇ ਮਨ ਵਿੱਚ ਨਹੀਂ ਰਹਿਣਾ ਕੀਤੀ। ਲੋਕ ਪਰਲੋਕ ਦੇ ਮਹਾਰਾਜ ਕਹਿੰਦੇ ਸੁੱਖਾਂ ਦੀਆਂ ਭੁੱਖਾਂ ਸਭ ਉਹਨਾਂ ਦੀਆਂ ਵਾਹਿਗੁਰੂ ਨੇ ਮਿਟਾ ਦਿੱਤੀਆਂ ਹਨ। ਹਰ ਕਾ ਮਾਰਗ ਆਖੀਐ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਹਰ ਕੋਈ ਕਹੀ ਜਾਂਦਾ ਹੈ। ਸੰਸਾਰ ਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਦਰਸਾਉਂਦਾ ਹੈ ਕਿ ਇਸ ਮਾਰਗ ਤੇ ਚੱਲ ਕੇ ਰੱਬ ਮਿਲਦਾ ਹੈ। ਕੋਈ ਕਿਸੇ ਤਰ੍ਹਾਂ ਦੱਸਦਾ ਕਿ ਕੋਈ ਤਪ ਸਾਧਨਾ, ਕੋਈ ਯੋਗ ਸਾਧਨਾ, ਕੋਈ ਜਲ ਧਾਰਾ ਆਦਿਕ ਤਰ੍ਹਾਂ ਤਰ੍ਹਾਂ ਦੇ ਸਾਧਨਾ ਰੂਪੀ ਰਸਤੇ ਦੱਸਦੇ ਹਨ। ਕਹੋ ਕਿਤ ਬਿਦ ਜਾਈਐ, ਪਰ ਦੱਸੋ ਕਾ ਮਹਾਰਾਜ ਕਿਹੜੀ ਵਿਧੀ ਦੁਆਰਾ ਉਸ ਪਰਮਾਤਮਾ ਦੇ ਘਰ ਜਾਈਦਾ ਹੈ, ਕਿਹੜੇ ਢੰਗ ਦੇ ਨਾਲ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਕਿਵੇਂ ਰੱਬ ਦੇ ਨਾਲ ਮਿਲਿਆ ਜਾ ਸਕਦਾ ਹੈ। ਹਰ ਹਰ ਤੇਰਾ ਨਾਮ ਹੈ। ਮਹਾਰਾਜ ਸਾਹਿਬ ਜੀ ਦੱਸਦੇ ਹਨ, ਹੈ ਗੁਰਸਿੱਖ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਹ ਸਦਾ ਰਹਿਣ ਵਾਲਾ ਹੈ। ਪਰਮੇਸ਼ਰ ਦਾ ਨਾਮ ਸਦਾ ਸਤ ਹੈ। ਹਰ ਖਰਚ ਲੈ ਜਾਈਐ, ਇਹ ਨਾਮ ਰੂਪੀ ਖਰਚ ਪੱਲੇ ਬੰਨ ਕੇ ਲੈ ਕੇ ਜਾਈਦਾ ਤਾਂ ਮਹਾਰਾਜ ਕਹਿੰਦੇ ਪਰਮਾਤਮਾ ਦੇ ਘਰ ਪਹੁੰਚੀਦਾ ਹੈ। ਪਰ ਤੱਕ ਵੀ ਮਨੁੱਖ ਨੇ ਦੂਰ ਦੇਸ਼ ਕਿਤੇ ਜਾਣਾ ਹੋਵੇ, ਸਾਧ ਸੰਗਤ ਜੀ, ਉਹਦੇ ਪੱਲੇ ਖਰਚਾ ਹੋਵੇ, ਉਹਦੇ ਕੋਲ ਪੈਸੇ ਹੋਣ, ਧਨ ਹੋਵੇ, ਤਾਂ ਹੀ ਸਾਧ ਸੰਗਤ ਜੀ ਪਹੁੰਚ ਸਕਦਾ ਹੈ। ਇਸੇ ਪ੍ਰਕਾਰ ਜਿਸ ਦੇ ਪੱਲੇ ਨਾਮ ਰੂਪੀ ਧਨ ਹੈ ਉਹ ਪਰਮਾਤਮਾ ਦੇ ਘਰ ਤੱਕ ਪਹੁੰਚ ਸਕਦਾ ਹੈ, ਉਹ ਪਰਲੋਕ ਦਾ ਰਸਤਾ ਤੈਅ ਕਰ ਸਕਦਾ ਹੈ। ਜਿਸ ਨਾਮ ਰੂਪੀ ਧਨ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹੈ ਨਾ ਕਿ ਇਹ ਸੱਚਾ ਨਾਮ ਦਾ ਧਨ ਗੁਰੂ ਕੀ ਮੱਤ ਦੁਆਰਾ ਪ੍ਰਾਪਤ ਹੁੰਦਾ ਹੈ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਨ ਆਵੇ ਜਾਏ। ਜਿਹੜਾ ਮਾਇਕੀ ਧਨ ਇਹਨੂੰ ਕੱਚਾ ਧਨ ਮਹਾਰਾਜ ਜੀ ਨੇ ਕਿਹਾ, ਇਹ ਕਦੇ ਆ ਜਾਂਦਾ ਹੈ, ਕਦੇ ਚਲਾ ਜਾਂਦਾ ਹੈ, ਕਦੇ ਘਟ ਜਾਂਦਾ ਹੈ, ਕਦੇ ਵੱਧ ਜਾਂਦਾ ਹੈ। ਵਾਹਿਗੁਰੂ ਦਾ ਨਾਮ ਰੂਪੀ ਧਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੀਵ ਦੇ ਨਾਲ ਜਾਣ ਵਾਲਾ ਹੈ। ਇਸ ਕਰਕੇ ਜੀਵ ਹਰ ਖਰਚ ਲੈ ਜਾਈਐ, ਨਾਮ ਰੂਪੀ ਖਰਚ ਆਪਣੇ ਪੱਲੇ ਬੰਨ ਲੈ, ਇਹਦੇ ਨਾਲ ਹੀ ਵਾਹਿਗੁਰੂ ਦੇ ਘਰ ਵਿੱਚ ਜਾਈਦਾ ਹੈ। ਜਿਨ ਗੁਰਮੁਖ ਹਰ ਆਰਾਧਿਆ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਪਰਮੇਸ਼ਰ ਨੂੰ ਆਰਾਧਿਆ ਹੈ, ਸੇ ਸਾਹ ਵੱਡ ਦਾਣੇ, ਉਹ ਸਭ ਤੋਂ ਵੱਡੇ ਸ਼ਾਹੂਕਾਰ ਤੇ ਦਾਣੇ ਦਨਾਈ ਵਾਲੇ, ਚੰਗੀ ਅਕਲ ਵਾਲੇ। ਦਾਣੇ ਨਾਮ ਅੰਤਰਜਾਮਤਾ ਦਾ ਵੀ ਹੈ। ਉਹ ਮਹਾਰਾਜ ਕਹਿੰਦੇ ਅੰਤਰਜਾਮੀ ਬਣ ਗਏ ਹੈ। ਉਹ ਚੰਗੀ ਅਕਲ ਵਾਲੇ, ਚੰਗੀ ਸਿਆਣਪ ਵਾਲੇ ਬਣ ਗਏ ਨੇ, ਜਿਨ੍ਹਾਂ ਨੇ ਪਿਆਰ ਵਿੱਚ ਭੇਜ ਕੇ ਵਾਹਿਗੁਰੂ ਜੀ ਦੀ ਆਰਾਧਨਾ ਕੀਤੀ ਹੈ। ਆ ਸਤਿਗੁਰ ਕੋ ਸਦਵਾਰਿਆ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਅਸੀਂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤੋਂ ਸਦਾ ਹੀ ਵਾਰਨੇ ਜਾਂਦੇ ਹਾਂ। ਗੁਰ ਬਚਨ ਸਮਾਣੇ, ਜਿਨ੍ਹਾਂ ਗੁਰੂ ਕੇ ਬਚਨਾਂ ਦੁਆਰਾ ਪਰਮਾਤਮਾ ਦੇ ਵਿੱਚ ਸਮਾਉਣਾ ਹੋਇਆ, ਅਥਵਾ ਗੁਰਸਿੱਖੋ ਤਿਨਾਂ ਸਤਿਗੁਰਾਂ ਤੋਂ ਬਲਿਹਾਰ ਜਾਇਆ ਕਰੋ। ਜਿਨ੍ਹਾਂ ਗੁਰੂ ਕੇ ਬਚਨਾਂ ਦੁਆਰਾ ਵਾਹਿਗੁਰੂ ਦੀ ਅਭੇਰਤਾ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਮਹਾਰਾਜ ਸਾਹਿਬ ਜੀ ਦੇ ਬਚਨ ਹਿਰਦੇ ਵਿੱਚ ਬਚਣੇ ਕਰਕੇ ਪਰਮਾਤਮਾ ਮਿਲ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਅਭੇਰਤਾ ਦਾ ਆਨੰਦ ਮਾਣੀਦਾ ਹੈ। ਓ ਠਾਕੁਰ ਤੂੰ ਸਾਹਿਬ। ਸਤਿਗੁਰੂ ਜੀ ਹੁਣ ਸਮਾਪਤੀ ਦੀਆਂ ਪੰਕਤੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਆ, ਤੂੰ ਠਾਕੁਰ ਤੂੰ ਸਾਹਿਬ। ਹੇ ਪਰਮਾਤਮਾ ਤੂੰ ਸਾਡਾ ਮਾਲਕ ਹੈ। ਸਾਹਿਬ ਦਾ ਅਰਥ ਵੀ ਸਾਧ ਸੰਗਤ ਜੀ ਮਾਲਕ ਹੁੰਦਾ ਹੈ। ਤੂੰ ਠਾਕੁਰੋ ਤੂੰ ਸਾਹਿਬ। ਹੇ ਮੇਰੇ ਮਾਲਕ ਪਰਮਾਤਮਾ, ਇਸ ਲੋਕ ਦਾ ਮਾਲਕ ਵੀ ਪਰਮੇਸ਼ਰ ਤੂੰ ਹੈ ਔਰ ਪਰਲੋਕ ਦਾ ਵੀ ਮਾਲਕ ਪਰਮਾਤਮਾ ਤੂੰ ਹੀ ਹੈ। ਲੋਕ ਪਰਲੋਕ ਦਾ ਤੂੰ ਸਾਡਾ ਮਾਲਕ ਹੈ। ਤੂੰ ਹੈ ਮੇਰਾ ਮੀਰਾ। ਮੀਰਾ ਕਹੀਏ ਪਾਤਸ਼ਾਹ। ਪਰਮਾਤਮਾ ਤੂੰ ਸਾਡਾ ਪਾਤਸ਼ਾਹ ਹੈ, ਸੱਚਾ ਪਾਤਸ਼ਾਹ ਹੈ। ਬਾਦਸ਼ਾਹਾਂ ਕਾ ਬਾਦਸ਼ਾਹ ਹੈ, ਪਾਤਸ਼ਾਹਾਂ ਕਾ ਪਾਤਸ਼ਾਹ। ਪਰਮੇਸ਼ਰ ਤੂੰ ਸਦਾ ਰਹਿਣ ਵਾਲਾ ਹੈ। ਤੁਧ ਭਾਵੈ ਤੇਰੀ ਬੰਦਗੀ। ਮਹਾਰਾਜ ਅਸੀਂ ਸ਼ਰਧਾ ਦੀ ਝੋਲੀ ਅੱਡ ਕੇ ਆਪ ਜੀ ਤੋਂ ਬੰਦਗੀ ਦਾ ਦਾਨ ਮੰਗਦੇ ਹਾਂ, ਪਰ ਜੇ ਆਪ ਜੀ ਨੂੰ ਭਾਵੇ ਨਾ ਤਾਂ ਹੀ ਮਹਾਰਾਜ ਤੁਹਾਡੀ ਬੰਦਗੀ ਹੋ ਸਕਦੀ ਹੈ। ਤੂੰ ਗੁਣੀ ਗਹੀਰਾ। ਹੇ ਪ੍ਰਮਾਤਮਾ ਤੂੰ ਸ਼ੁਭ ਗੁਣਾ ਦਾ ਗਹੀਰਾ ਘਰ ਹੈ।
ਗਹੀਰਾ ਅਥਾਹ ਸਮੁੰਦਰ ਦੀ ਤਰ੍ਹਾਂ ਮਹਾਰਾਜ ਬੜੇ ਵਿਸ਼ਾਲ ਆਪ ਜੀ ਦੇ ਸਰੂਪ ਘਰ ਦੇ ਅੰਦਰ ਸ਼ੁਭ ਗੁਣ ਹਨ। ਆਪੇ ਹਰ ਇੱਕ ਰੰਗ ਹੈ। ਹਰੀ ਪ੍ਰਮਾਤਮਾ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਇੱਕ ਰੰਗ ਰੂਪ ਹੋ ਕੇ ਵਰਤਦਾ ਹੈ। ਆਪੇ ਬਹੁ ਰੰਗੀ ਅਤੇ ਆਪ ਹੀ ਸਰਗੁਣ ਸਰੂਪ ਦੇ ਵਿੱਚ ਬਹੁਤੇ ਨਾਨਾ ਰੂਪ ਹੋ ਕਰਕੇ ਰੰਗਾ ਰੰਗਾ ਰੂਪ ਹੋ ਕੇ ਪ੍ਰਮਾਤਮਾ ਵਰਤਦਾ ਹੈ। ਕੋਈ ਰਜੋ ਗੁਣੀ ਸੁਭਾਅ ਦਾ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ ਸੁਭਾਅ ਦਾ। ਸਭ ਸੁਭਾਵਾਂ ਰੂਪ ਰੰਗਾ ਰੂਪ ਹੋ ਕੇ ਪ੍ਰਮਾਤਮਾ ਤੂੰ ਆਪ ਹੀ ਵਰਤਦਾ ਪਿਆ। ਜਿੱਥੇ ਇੱਕ ਰੰਗ ਪ੍ਰੇਮ ਰੂਪੀ ਰੰਗ ਰੂਪ ਹੋ ਕੇ ਵਰਤਦਾ, ਉਥੇ ਬਹੁਤੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਸਾਧਨਾ ਰੂਪੀ ਸੁਭਾਵਾਂ ਰੂਪੀ ਰੰਗ ਜਿਨ੍ਹਾਂ ਜੀਵਾਂ ਨੇ ਧਾਰਨ ਕੀਤੇ ਨੇ, ਹੇ ਮਹਾਰਾਜ ਉਹਨਾਂ ਵਿੱਚ ਵੀ ਆਪ ਹੀ ਉਹਨਾਂ ਰੂਪ ਹੋ ਕਰਕੇ ਤੂੰ ਵਰਤਦਾ ਪਿਆ ਹੈ। ਜੋਤ ਸੁਭਾਵੈ ਨਾਨਕਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਹੈ ਪ੍ਰਮਾਤਮਾ ਜੋ ਆਪ ਜੀ ਨੂੰ ਭਾਉਂਦਾ ਹੈ ਸਾਈ ਗੱਲ ਚੰਗੀ। ਉਹੋ ਹੀ ਮਹਾਰਾਜ ਗੱਲ ਚੰਗੀ ਹੁੰਦੀ ਹੈ। ਉਹਦੇ ਵਿੱਚ ਹੀ ਮਹਾਰਾਜ ਭਲਾ ਹੁੰਦਾ ਜੋ ਆਪ ਜੀ ਨੂੰ ਭਾਉਂਦਾ ਹੈ। ਜੋ ਪਹਿਲਾਂ ਵੀ ਭਾਵਦਾ ਸੀ ਉਹ ਕੁਝ ਵੀ ਮਹਾਰਾਜ ਚੰਗਾ ਹੁੰਦਾ ਸੀ। ਜੋ ਹੁਣ ਭਾਵਦਾ ਉਹ ਹੀ ਮਹਾਰਾਜ ਚੰਗਾ ਹੈ। ਆਉਣ ਵਾਲੇ ਸਮੇਂ ਵਿੱਚ ਜੋ ਭਾਵੇਗਾ ਤੇ ਵੀ ਮਹਾਰਾਜ ਚੰਗਾ ਹੀ ਹੋਵੇਗਾ। ਮਹਾਰਾਜ ਆਪ ਜੀ ਸਭ ਜੀਵਾਂ ਦਾ ਭਲਾ ਮਨਾਉਣ ਵਾਲੇ ਹੋ। हे ਪ੍ਰਮਾਤਮਾ ਜਿਵੇਂ ਆਪ ਜੀ ਨੂੰ ਭਾਵਦਾ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਵਿੱਚ ਚੰਗਾ ਹੈ। ਐਸਾ ਨਿਸ਼ਚਾ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਬਖਸ਼ਿਸ਼ ਕਰ ਦੇਵੋ। ਆਪ ਜੀ ਦੀ ਰਜ਼ਾ ਵਿੱਚ ਰਾਜੀ ਰਹਿਣਾ ਅਸੀਂ ਸਿੱਖ ਜਾਈਏ। ਭਾਣੇ ਵਿੱਚ ਚੱਲਣਾ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਦਾਤ ਪ੍ਰਾਪਤ ਹੋ ਜਾਵੇ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਰਨ ਦੀ ਇਜਾਜ਼ਤ ਸਿਖਾਈ ਹੈ। ਤੋ ਸਾਧ ਸੰਗਤ ਜੀ ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਸੰਗਤ ਜੀ ਬੇਨਤੀ ਹੈ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਆਪ ਸੰਗਤ ਦੇ ਚਰਨਾਂ ਵਿੱਚ ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਲੜ ਲੱਗੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹਲ ਛਕ ਕੇ ਆਪਣਾ ਜੀਵਨ ਸਫਲਾ ਬਣਾਵੋ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ ਜੇ ਹੋਵੇ ਸਾਹਿਬ ਸਿਓ ਮੇਲ। ਆਪੇ ਹਰ ਇੱਕ ਰੰਗ ਹੈ। ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ। ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।